श्री वाहिगुरु साहिब जी। कबीर गर्भ न कीजिए, रंक न हसिए कोई। अजो सो नाव समुद्र में, क्या जानो क्या होए। क्या जाना किब मरेंगे, कैसा मरना होए। जेकर साहिब मनहु न विसरै, तां सहला मरना होए। सतनाम। धन वाहिगुरु साहिब जी। गोंड मोको तार ले रामा तार ले, मैं अजान जन तरबे ना जानू। बाप बीठला बहां दे, रहाऊ। नर ते सुर होए जात निमख में, सतगुर बुध सिखलाई। नर ते उपज स्वर्ग को जीत्यो, सो अवखद मैं पाई। जहाँ जहाँ तुरु नारद टेके, नैक टिकावो मोहे। तेरे नाम अवलंब बहुत जन उधरे, नामे की निज मत एहे। जहाँ जहाँ तुरु नारद टेके, नैक टिकावो मोहे। तेरे नाम अवलंब बहुत जन उधरे, नामे की निज मत एहे। वाहिगुरु जी का खालसा, वाहिगुरु जी की फतेह। भगत वत्सल पतित पावन कृपा निधान, राजान राज भानान भान, देवान देव उपमा महान सतगुरु धन धन श्री गुरु ग्रंथ साहब महाराज जी की पावन पवित्र हजूरी विच जुड़ बैठे सतसंगी जनों, सतगुरां दी अपार कृपा सदका संध्या वेले गुरबाणी दे इस अमोलक खजाने नूं सुनन विचारन दा इस सुभाग समा प्राप्त होया है। भगतां दी उचारण कीती हुई लड़ीवार बाणी दी विचार चल रही है।
ਜਿਸ ਵਿਚਾਰ ਅਧੀਨ ਅੱਜ ਗੋਂਡ ਰਾਗ ਦਾ ਤੀਜਾ ਸ਼ਬਦ ਭਗਤ ਨਾਮਦੇਵ ਜੀ ਦੇ ਉਚਾਰਨ ਕੀਤੇ ਹੋਏ 7 ਸ਼ਬਦ ਹਨ ਇਸ ਰਾਗ ਦੇ ਵਿੱਚ। ਤੇ ਤਾਲ ਦੇ ਘਰ ਪਹਿਲੇ ਦਾ ਤੀਜਾ ਸ਼ਬਦ ਹੈ। ਇਸ ਸ਼ਬਦ ਦੇ ਰਾਹੀਂ ਭਗਤ ਨਾਮਦੇਵ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਹਨ, ਤਰਲਾ ਲੈ ਰਹੇ ਹਨ, ਬੇਨਤੀ ਕਰ ਰਹੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ, ਇਸ ਸੰਸਾਰ ਦੇ ਵਿੱਚੋਂ ਕਿਰਪਾ ਕਰ ਮੈਨੂੰ ਬਚਾ ਲੈ। ਗੁਰਬਾਣੀ ਵਿੱਚ ਕੁਝ ਪ੍ਰਤੀਕ, ਕੁਝ ਪ੍ਰਤੀਬਿੰਬ ਲੈ ਕੇ ਸਾਨੂੰ ਇਸ ਜ਼ਿੰਦਗੀ ਨਾਲ ਵਰਤ ਰਹੇ ਵਰਤਾਰੇ ਦੀ ਸੋਝੀ ਦਿੱਤੀ ਗਈ ਹੈ। ਇਸ ਸੰਸਾਰ ਦੇ ਵਿੱਚ ਸਾਡੀ ਜ਼ਿੰਦਗੀ ਵਿੱਚ ਕਿਹੜੀਆਂ ਉਲਝਣਾਂ ਹਨ, ਉਸ ਨੂੰ ਗੁਰੂ ਸਾਹਿਬ ਜੀ ਨੇ ਕੁਝ ਐਸੇ ਪ੍ਰਮਾਣ ਦਿੱਤੇ ਹਨ ਤਾਂ ਕਿ ਅਸੀਂ ਉਸ ਨੂੰ ਅਨੁਭਵ ਕਰ ਸਕੀਏ ਔਰ ਸਮਝ ਸਕੀਏ। ਗੁਰਬਾਣੀ ਦਾ ਉਪਦੇਸ਼ ਮਨੁੱਖ ਦੀ ਸੁੱਤੀ ਹੋਈ ਆਤਮਾ ਨੂੰ ਜਗਾਉਣਾ, ਸੁਚੇਤ ਕਰਨਾ, ਮਨੁੱਖ ਨੂੰ ਪ੍ਰਕਾਸ਼ ਤੇ ਚਾਨਣ ਦੇ ਕੇ ਇਹ ਜਿਹੜਾ ਸੰਸਾਰ ਦੇ ਵਿੱਚ ਦੁੱਖਾਂ ਝਮੇਲਿਆਂ ਵਿੱਚ ਠੇਡੇ ਖਾ ਰਿਹਾ ਹੈ ਉਸ ਤੋਂ ਬਚਾਉਣਾ ਹੈ। ਸੋ ਆਓ ਆਪਾਂ ਵੀ ਇਸ ਬਾਣੀ ਦੇ ਵਿਚਾਰ ਰਾਹੀਂ ਆਪਣੇ ਜੀਵਨ ਨੂੰ ਸਹੀ ਦਸ਼ਾ ਤੇ ਦਿਸ਼ਾ ਵੱਲ ਲੈ ਕੇ ਚੱਲ ਸਕੀਏ। ਸੋ ਜੋ ਉਪਦੇਸ਼ ਭਗਤ ਨਾਮਦੇਵ ਜੀ ਨੇ ਸਾਨੂੰ ਦ੍ਰਿੜ ਕਰਾਇਆ, ਆਓ ਇਸ ਵਿਚਾਰ ਨਾਲ ਜੁੜਦੇ ਹਾਂ। ਮਨੋਵਿਰਤੀਆਂ ਇਕਾਗਰ ਕਰੋ। ਜਿਤਨਾ ਸਮਾਂ ਵੀ ਗੁਰੂ ਹਜ਼ੂਰੀ ਵਿੱਚ ਆਪ ਜੀਆਂ ਨੇ ਵਿਚਰਨਾ ਹੈ, ਸਾਵਧਾਨੀ ਤੇ ਇਕਾਗਰਤਾ ਨਾਲ ਆਪਾਂ ਗੱਲ ਸੁਣਾਂਗੇ ਤਾਂ ਗੁਰੂ ਕਾ ਉਪਦੇਸ਼ ਸਾਡੇ ਦਿਲ ਦਿਮਾਗ ਦੇ ਵਿੱਚ ਘਰ ਕਰੇਗਾ, ਜੋ ਸਾਡੇ ਜੀਵਨ ਵਾਸਤੇ ਬੜਾ ਲਾਹੇਵੰਦ ਹੋਏਗਾ। ਸੋ ਸਾਰਿਆਂ ਨੇ ਪਿਆਰ ਨਾਲ ਗੁਰੂ ਸਾਹਿਬ ਜੀ ਨੂੰ ਝੁਕਾਉਣਾ ਸੀਸ। ਗੁਰ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਪ੍ਰਤੀਕ ਜਿਹੜੇ ਨੇ ਮਨੁੱਖ ਨੂੰ ਸਮਝਾਉਣ ਵਾਸਤੇ ਵਰਤੇ ਹਨ। ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਇਸ ਸੰਸਾਰ ਸਾਗਰ ਵਿੱਚੋਂ ਪਾਰ ਹੋਣ ਦੀ ਗੱਲ ਕੀਤੀ ਹੈ। ਵੈਸੇ ਵੀ ਜਦੋਂ ਅਸੀਂ ਸਮੁੰਦਰ ਜਾਂ ਸਾਗਰ ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਸਾਨੂੰ ਸਮਝ ਆਉਂਦਾ ਹੈ ਕਿ ਇੱਕ ਬਹੁਤ ਵੱਡੀ ਉਲਝਣ ਦੀ ਗੱਲ ਹੈ, ਕਿਉਂਕਿ ਕਦੀ ਮਨ ਹੀ ਮਨ ਵਿਚਾਰ ਕਰਕੇ ਵੇਖਣਾ ਕਿ ਜਦੋਂ ਕੋਈ ਮਨੁੱਖ ਬੇੜੀ ਲੈ ਕੇ ਸਮੁੰਦਰ ਵਿੱਚ ਜਾਂਦਾ ਹੈ, ਅਚਨਚੇਤ ਕਈ ਵਾਰੀ ਤੂਫਾਨ, ਸਮੁੰਦਰ ਵਿੱਚ ਲਹਿਰਾਂ ਉੱਠ ਪੈਂਦੀਆਂ ਔਰ ਜਿਹੜਾ ਮੱਲਾ ਹੈ ਤੇ ਜਿਹੜੇ ਯਾਤਰੀ ਸਵਾਰ ਨੇ ਉਹ ਸਾਰੇ ਉਹਨਾਂ ਸਾਰਿਆਂ ਦੇ ਸਾਹਮਣੇ ਮਜਬੂਰ ਹੋ ਜਾਂਦੇ ਹਨ। ਉਹਨਾਂ ਕੋਲ ਸਿਰਫ ਇੱਕੋ ਹੀ ਚੀਜ਼ ਬਚਦੀ ਹੈ ਕਿ ਉਸ ਵੇਲੇ ਉਹ ਅਰਦਾਸ ਕਰਦੇ ਨੇ, ਬੇਨਤੀ ਕਰਦੇ ਨੇ। ਹੋਰ ਉਹਨਾਂ ਕੋਲ ਉਸ ਵੇਲੇ ਕੁਝ ਵੀ ਨਹੀਂ ਹੈ। ਜਦੋਂ ਕਿ ਉਹ ਸਮੁੰਦਰ ਦੀ ਲਹਿਰਾਂ ਵਿੱਚ ਘੁੰਮਣ ਘੇਰੀ ਵਿੱਚ ਫਸ ਜਾਂਦੇ ਹਨ ਤੇ ਅਚਨਚੇਤ ਇੱਕ ਸਹੀ ਸਫ਼ਰ ਕਰਦੇ ਹੋਏ ਵੀ ਇੱਕ ਦੁਵਿਧਾ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਇਹ ਸਾਡੀ ਜ਼ਿੰਦਗੀ ਹੈ, ਜਿਸ ਜ਼ਿੰਦਗੀ ਵਿੱਚ ਅਨੇਕਾਂ ਘੁੰਮਣ ਘੇਰੀਆਂ, ਅਨੇਕਾਂ ਦੁੱਖ ਤਕਲੀਫ, ਉਲਝਣਾਂ ਸੰਸਾਰ ਦੇ ਵਿੱਚ। ਕਈ ਵਾਰੀ ਕੀ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੁੰਦੀ ਹੈ, ਸਾਰੀਆਂ ਸੁੱਖ ਸੁਵਿਧਾਵਾਂ ਸਾਡੇ ਕੋਲ ਹੁੰਦੀਆਂ, ਪਰ ਜਦੋਂ ਕਈ ਵਾਰੀ ਅਸੀਂ ਆਲੇ ਦੁਆਲੇ ਵੇਖਦੇ ਹਾਂ ਲੋਕਾਂ ਦੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ, ਕਿਸੇ ਦੇ ਵਪਾਰ 'ਚ ਘਾਟਾ ਹੋ ਗਿਆ, ਕਿਸੇ ਦਾ ਕਾਰੋਬਾਰ ਡੁੱਬ ਗਿਆ, ਤਾਂ ਉਸ ਵੇਲੇ ਕਈ ਵਾਰੀ ਸਾਡੇ ਮਨ ਵਿੱਚ ਵੀ ਡਰ ਪੈਦਾ ਹੁੰਦਾ ਵੀ ਕਿਤੇ ਸਾਡੇ ਨਾਲ ਵੀ ਐਸਾ ਨਾ ਹੋ ਜਾਏ ਵੀ ਇਹ ਜਿਹੜਾ ਦੂਜੇ ਨਾਲ ਵਰਤਿਆ ਇਹ ਸਾਡੇ ਨਾਲ ਵੀ ਵਰਤ ਸਕਦਾ, ਸਾਡੇ ਨਾਲ ਵੀ ਹੋ ਸਕਦਾ। ਉਸ ਵੇਲੇ ਮਨੁੱਖ ਦੇ ਅੰਦਰ ਇੱਕ ਸਦਮਾ, ਇੱਕ ਦੁੱਖ ਪੈਦਾ ਹੁੰਦਾ ਹੈ।
ਔਰ ਕਈ ਵਾਰੀ ਇਹ ਜਿਹੜਾ ਦੁੱਖ ਹੈ ਮਨੁੱਖ ਨੂੰ ਅਤ ਦਾ ਦੁਖੀ ਕਰ ਦਿੰਦਾ ਹੈ। ਇਸ ਦੁਖਾਂਤ ਵਿੱਚੋਂ, ਸੰਸਾਰ ਵਿੱਚ ਵਰਤਾਰੇ ਵਿੱਚੋਂ ਉਹੀ ਮਨੁੱਖ ਬਚ ਸਕਦਾ ਜਿਹੜਾ ਕਿ ਆਪਣੀ ਸੁਰਤ ਨੂੰ ਬੜਾ ਬਲਵਾਨ ਕਰ ਲਵੇ, ਪੱਕਾ ਕਰ ਲਵੇ। ਨਹੀਂ ਤਾਂ ਸੰਸਾਰ ਦੀ ਇਹ ਵਰਤਾਰੇ ਜਿਹੜੇ ਨੇ ਮਨੁੱਖ ਦੇ ਮਨ ਨੂੰ ਡੇਗਣ ਵਿੱਚ ਬੜੇ ਸਕਸੈਸ ਹਨ। ਔਰ ਵੈਸੇ ਵੀ ਯਾਦ ਰੱਖਣਾ, ਇਹ ਜੀਵਨ ਜਿਹੜਾ ਹੈ ਸਾਡਾ, ਗੁਰੂ ਸਾਹਿਬ ਨੇ ਬੜਾ ਸਪਸ਼ਟ ਕੀਤਾ, ਕਹਿੰਦੇ ਕਬੀਰ ਬੇੜਾ ਜਰਜਰਾ ਫੂਟੇ 6000 ਹਰਵੇ ਹਰਵੇ ਤਰ ਗਏ ਬੂਢੇ ਜਿਨ ਸਿਰ ਪਾਰ। ਇਹ ਜ਼ਿੰਦਗੀ ਜਿਹੜੀ ਹੈ ਨਾ, ਇਸ ਤਰ੍ਹਾਂ ਜਿਵੇਂ ਕਿ ਇੱਕ ਸਮੁੰਦਰ ਵਿੱਚ ਬੇੜਾ ਹੁੰਦਾ ਹੈ ਤੇ ਉਹ ਜਰਜਰਾ ਹੋਵੇ, ਕਮਜ਼ੋਰ। ਜਰਜਰਾ ਕਹਿੰਦੇ ਨੇ ਕਮਜ਼ੋਰ ਨੂੰ, ਬੁੱਢਾ ਹੋ ਗਿਆ ਹੋਵੇ, ਜਿਸ ਦੀ ਲੱਕੜ ਪੁਰਾਣੀ ਹੋ ਗਈ ਹੋਵੇ, ਇਹਦਾ ਸਾਰਾ ਸਾਜੋ ਸਮਾਨ ਪੁਰਾਣਾ ਹੋ ਗਿਆ ਹੋਵੇ, ਉਸ ਨੂੰ ਕਹਿੰਦੇ ਜਰਜਰਾ ਬੇੜਾ। ਆਓ ਕਿ ਜਿਹੜਾ ਜਰ ਨਾਲ ਸਾਰਾ ਬੇੜਾ ਪੁਰਾਣਾ ਹੋ ਚੁੱਕਿਆ, ਜਰ ਪਕੜ ਚੁੱਕਿਆ, ਉਸ ਬੇੜੇ ਦੀ ਬਹੁਤੀ ਆਸ ਨਹੀਂ ਹੁੰਦੀ ਕਿ ਇਹ ਸਾਨੂੰ ਸਮੁੰਦਰ ਤੋਂ ਦੂਜੇ ਪਾਸੇ ਲੈ ਵੀ ਜਾਏਗਾ ਕਿ ਨਹੀਂ ਲੈ ਕੇ ਜਾਏਗਾ। ਔਰ ਉਸ ਵੇਲੇ ਅਸੀਂ ਉਸ ਬੇੜੇ 'ਤੇ ਸਵਾਰ ਹੁੰਦੇ ਹਾਂ ਅਤੇ ਦੁਵਿਧਾ ਵਿੱਚ ਰਹਿੰਦੇ ਹਾਂ। ਕਬੀਰ ਸਾਹਿਬ ਕਹਿੰਦੇ ਇਸ ਤਰ੍ਹਾਂ ਤੇਰਾ ਜ਼ਿੰਦਗੀ ਰੂਪੀ ਜਿਹੜਾ ਬੇੜਾ ਇਹ ਵੀ ਬੜਾ ਕਮਜ਼ੋਰ ਹੈ, ਕਿਉਂਕਿ ਇਸ ਸਰੀਰ ਦੇ ਅੰਦਰ ਸਾਡੇ ਜੀਵਨ ਵਿੱਚ ਔਗੁਣਾਂ ਦੇ, ਸਾਡੀ ਖਾਮੀਆਂ ਦੇ ਬਹੁਤ ਸਾਰੇ ਛੇਕ ਫੁੱਟੇ ਹੋਏ ਨੇ, ਜਿਹਦੇ ਕਰਕੇ ਅਸੀਂ ਕਿਤੇ ਵੀ ਡੁੱਬ ਸਕਦੇ ਹਾਂ ਔਰ ਉਹੀ ਸਾਡੇ ਦੁੱਖ ਦਾ ਕਾਰਨ ਹੈ। ਜਿੰਨੀ ਵੱਧ ਸਾਡੇ ਜੀਵਨ ਵਿੱਚ ਕਮਜ਼ੋਰੀਆਂ ਹੋਣਗੀਆਂ, ਸਾਡੇ ਜੀਵਨ 'ਚ ਔਗੁਣ ਹੋਣਗੇ, ਉਨਾ ਹੀ ਸਾਡਾ ਜੀਵਨ ਦੁੱਖਮਈ ਹੋਏਗਾ। ਜੀਵਨ 'ਚ ਯਾਦ ਰੱਖਿਓ, ਜੇ ਇਸ ਦੁੱਖ ਤੋਂ ਬਚਣਾ ਹੈ ਤਾਂ ਫਿਰ ਸਾਵਧਾਨ ਹੋ ਕੇ ਔਰ ਇਸ ਬੇੜੇ ਵੱਲ ਧਿਆਨ ਰੱਖਦਿਆਂ ਹੋਇਆਂ ਸਾਨੂੰ ਤੁਰਨਾ ਹੈ ਔਰ ਯਤਨ ਕਰਨਾ ਹੈ ਕਿ ਜਿੰਨਾ ਚਿਰ ਕੋਈ ਤੂਫਾਨ ਆਵੇ, ਜੀਵਨ ਵਿੱਚ ਕੋਈ ਵੱਡੀ ਉਲਝਣ ਆਵੇ, ਉਸ ਤੋਂ ਪਹਿਲਾਂ ਆਪਣਾ ਬੇੜਾ ਜਿਹੜਾ ਹੈ ਨਾ ਉਹ ਦੂਜੇ ਬੰਨੇ ਲਗਾ ਲਈਏ, ਨਹੀਂ ਤਾਂ ਖਤਰਾ ਹੀ ਖਤਰਾ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਪਹਿਲੀ ਗੱਲ ਤਾਂ ਕਿ ਇਹ ਬੇੜਾ ਕਮਜ਼ੋਰ ਹੈ। ਦੋ ਤਿੰਨ ਚੀਜ਼ਾਂ ਹੁੰਦੀਆਂ ਕਿ ਜਦੋਂ ਸੰਸਾਰ ਸਮੁੰਦਰ ਵਿੱਚ ਗਏ ਮਨੁੱਖ ਨੂੰ ਦੁਵਿਧਾ ਪੈਦਾ ਹੁੰਦੀ ਹੈ। ਇੱਕ ਕਾਰਨ ਹੁੰਦਾ ਬੇੜੇ ਦਾ ਕਮਜ਼ੋਰ ਹੋਣਾ, ਦੂਜਾ ਕਾਰਨ ਹੁੰਦਾ ਮੱਲਾਹ ਦਾ ਅਣਜਾਣ ਹੋਣਾ, ਤੇ ਤੀਜਾ ਕਾਰਨ ਹੈ ਸਮੁੰਦਰ ਦੇ ਅੰਦਰ ਅਚਨਚੇਤ ਲਹਿਰਾਂ ਦਾ ਉੱਠ ਖਲੋਣਾ। ਪਾਓ ਕਿ ਬਹੁਤ ਵੱਡੀਆਂ ਵੱਡੀਆਂ ਲਹਿਰਾਂ ਆ ਜਾਣੀਆਂ, ਉਸ ਵੇਲੇ ਇਹ ਜਿਹੜੀ ਬੇੜੀ ਹੈ ਉਹ ਡੁੱਬਣ ਦਾ 100% ਖਤਰਾ ਰਹਿੰਦਾ, ਕਿਉਂਕਿ ਬੇੜਾ ਕਮਜ਼ੋਰ ਹੈ, ਮੱਲਾ ਜਿਹੜਾ ਉਹ ਅਣਜਾਣ ਹੈ। ਤੀਜੀ ਗੱਲ, ਸਮੁੰਦਰ ਵਿੱਚ ਤੂਫਾਨ ਆ ਗਿਆ, ਉਸ ਵੇਲੇ ਕੀ ਕਰਾਂਗੇ? ਇਹ ਤਿੰਨ ਗੱਲਾਂ ਗੁਰਬਾਣੀ ਨੇ ਸਾਨੂੰ ਇਸ ਜ਼ਿੰਦਗੀ ਨਾਲ ਜੋੜ ਕੇ ਦੱਸੀਆਂ, ਕਿਉਂਕਿ ਪ੍ਰਤੀਕ ਜਿਹੜੇ ਨੇ ਉਹ ਸੰਸਾਰ ਦੇ ਵਿੱਚੋਂ ਸਾਨੂੰ ਲੈ ਕੇ ਦਿੱਤੇ ਹਨ। ਜਿਵੇਂ ਤੁਸੀਂ ਵੇਖੋ ਨਾ, ਜਿਹੜਾ ਗਰੁੜ ਪੁਰਾਣ ਦਾ ਲਿਖਾਰੀ ਹੈ, ਜਿਸ ਨੇ ਕਿ ਨਰਕ ਦਾ ਜਿਹੜਾ ਨਕਸ਼ਾ ਖਿੱਚਿਆ, ਜਦੋਂ ਬੰਦਾ ਉਹਨੂੰ ਪੜ੍ਹਦਾ ਹੈ ਤੇ ਉਹ ਗੱਲਾਂ ਸੁਣ ਕੇ ਸਹਿਮ ਜਾਂਦਾ ਵੀ ਇੱਦਾਂ ਦਾ ਨਰਕ ਹੁੰਦਾ। ਸਿਰਫ ਪ੍ਰਤੀਕ ਵਜੋਂ ਅੱਖਰ ਵਰਤੇ, ਉੱਥੇ ਅੱਗ ਬਲਦੀ ਹੈ, ਉੱਥੇ ਕੜਾਹਿਆਂ ਵਿੱਚ ਸਾੜਿਆ ਜਾਂਦਾ ਹੈ, ਔਰ ਉੱਥੇ ਜਿਹੜੀ ਨਦੀ ਹੈ ਉਹ ਬੜੀ ਗੰਦੀ ਨਦੀ ਹੈ, ਜਿਹਦੇ ਵਿੱਚੋਂ ਪਾਰ ਹੋਣਾ ਪੈਂਦਾ। ਉਸਨੇ ਨਰਕਾਂ ਦਾ ਬੜਾ ਭਿਆਨਕ ਜਿਹਾ ਸੀਨ ਜਿਹੜਾ ਪੇਸ਼ ਕੀਤਾ, ਤੇ ਉਸ ਸੀਨ ਨੂੰ ਜਦੋਂ ਬੰਦਾ ਸੁਣਦਾ ਔਰ ਉਸ ਬਾਰੇ ਜਦੋਂ ਗੱਲਾਂ ਕਰਦਾ ਤਾਂ ਸਹਿਮ ਜਾਂਦਾ ਵੀ ਇੱਦਾਂ ਦੇ ਹੁੰਦੇ ਨਰਕ। ਵੈਸੇ ਅੱਜ ਤੱਕ ਨਾ ਨਰਕ ਕਿਸੇ ਨੇ ਵੇਖਿਆ, ਨਾ ਕਿਸੇ ਨੇ ਸਵਰਗ ਵੇਖਿਆ। ਕੇਵਲ ਇੱਕ ਮਨੁੱਖ ਦੇ ਮਨ ਦੀ ਮਨੋਕਲਪਨਾ ਹੈ ਕਿ ਮਨੁੱਖ ਨੂੰ ਡਰਾਉਣ ਵਾਸਤੇ ਕਿਤਨੇ ਭਿਆਨਕ ਸ਼ਬਦ ਵਰਤੇ ਜਾ ਸਕਦੇ ਹਨ। ਇਹ ਲਿਖਾਰੀ ਦੀ ਕਲਮ ਦੀ ਗੱਲ ਹੈ, ਇਹ ਜੀਵਨ 'ਚ ਯਾਦ ਰੱਖਿਓ। ਜਿਨ੍ਹਾਂ ਲਿਖਾਰੀਆਂ ਨੇ ਉਹ ਲਿਖਤਾਂ ਲਿਖੀਆਂ, ਉਹਨਾਂ ਨੇ ਇਤਨੇ ਭਿਆਨਕ ਲਫ਼ਜ਼ ਵਰਤੇ ਕਿ ਮਨੁੱਖ ਨੂੰ ਅਤ ਦਾ ਡਰਾ ਦਿੱਤਾ ਵੀ ਨਰਕ ਇੱਦਾਂ ਦੇ ਹੁੰਦੇ ਨੇ। ਸਿਰਫ ਸਿਆਣੇ ਕਹਿੰਦੇ ਨੇ ਇਹ ਚੀਜ਼ਾਂ ਵਰਤਣ ਦਾ ਕਾਰਨ ਹੀ ਇਹ ਸੀ ਕਿ ਮਨੁੱਖ ਚੰਗੇ ਕੰਮ ਕਰੇ, ਮਨੁੱਖ ਦੇ ਜੀਵਨ ਵਿੱਚ ਖੋਟ ਨਾ ਹੋਵੇ, ਮਨੁੱਖ ਇਹ ਸਾਰੀਆਂ ਚੀਜ਼ਾਂ ਤੋਂ ਬਚ ਕੇ ਇੱਕ ਚੰਗਾ ਜੀਵਨ ਜੀ ਕੇ ਜਾਏ, ਸਮਾਜ ਨੂੰ ਕੁਝ ਦੇ ਕੇ ਜਾਏ। ਪਰ ਉਹ ਪ੍ਰਤੀਕ ਤਾਂ ਸਾਡੇ ਸਾਹਮਣੇ ਰੱਖੇ ਗਏ। ਇਸ ਤਰ੍ਹਾਂ ਸਵਰਗਾਂ ਦੇ ਵੀ ਪ੍ਰਤੀਕ ਰੱਖੇ ਗਏ ਵੀ ਸਵਰਗਾਂ ਦੇ ਵਿੱਚ ਕੀ ਕੁਛ ਹੁੰਦਾ ਹੈ। ਇਸ ਤਰ੍ਹਾਂ ਹੀ ਗੁਰੂ ਸਾਹਿਬ ਨੇ ਸੰਸਾਰ ਸਮੁੰਦਰ ਵਿੱਚ ਡੁੱਬਣ, ਪਾਰ ਹੋਣ ਦੀਆਂ ਗੱਲਾਂ ਵਾਸਤੇ ਪ੍ਰਤੀਕ ਵਰਤੇ ਨੇ। ਜਿਵੇਂ ਕਿ ਅੱਜ ਭਗਤ ਨਾਮਦੇਵ ਜੀ ਨੇ ਸ਼ਬਦ ਵਰਤਿਆ ਕਿ ਮੋਕੋ ਤਾਰ ਲੈ ਰਾਮਾ ਤਾਰ ਲੈ। ਇਹ ਸੰਸਾਰ ਸਮੁੰਦਰ ਦੀ ਗੱਲ ਕਰ ਰਹੇ ਨੇ, ਜਿਹਦੇ ਵਿੱਚ ਸਾਡਾ ਸਰੀਰ ਰੂਪੀ ਬੇੜਾ ਜਿਹੜਾ ਉਹ ਜਰਜਰਾ ਹੈ, ਕਮਜ਼ੋਰ ਹੈ।
जिस शरीर के उत्ते असी असवार है ना, सच जानने इसकी कोई बहुत बड़ी पाया नहीं है। फिर साढ़े अंदर खामियां बहुत ने, औगुणां दे छिद्र फुटे हुए ने। कबीर बेड़ा जर जरा फूटे 6,000, हर वे तर गए बूढ़े जिन सिर पहार। ਜਿਹੜੇ ਹੋਲੇ ਸਨ ਉਹ ਤਰ ਗਏ ਤੇ ਜਿਨ੍ਹਾਂ ਨੇ ਭਾਰ ਲੱਦਿਆ ਹੋਇਆ ਸੀ ਉਹ ਡੁੱਬ ਗਏ। ਹੁਣ ਜੇ ਗੁਰਬਾਣੀ ਨੂੰ ਪੁੱਛੀਏ ਵੀ ਮਨੁੱਖ ਨੇ ਕਿਹੜਾ ਭਾਰ ਲੱਦਿਆ, ਜਿਸ ਕਰਕੇ ਮਨੁੱਖ ਹੈ ਸੰਸਾਰ ਸਮੁੰਦਰ ਵਿੱਚ, ਸੰਸਾਰ ਦੀਆਂ ਉਲਝਣਾਂ ਵਿੱਚ, ਸੰਸਾਰ ਦੇ ਇਹਨਾਂ ਦੁੱਖਾਂ ਵਿੱਚ ਡੁੱਬ ਰਿਹਾ। ਤੇ ਸਤਿਗੁਰ ਆਖਣ ਲੱਗੇ ਭਾਰ ਮਨੁੱਖ ਦੇ ਕੋਲ ਇਹੀ ਹੈ ਕਿ ਵਿਕਾਰ ਪਾਥਰ ਗਲੇ ਬਾਂਧਿਓ, ਨਿੰਦ ਪੋਟ ਸਰਾਏ, ਮਹਾਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਜਾਏ। ਵਿਕਾਰ ਦੇ ਪੱਥਰ ਜਿਹੜੇ ਨੇ ਉਹ ਗਲੇ ਨੂੰ ਬੰਨੇ ਹੋਏ ਨੇ, ਤੇ ਨਿੰਦਾ ਦੀ ਜਿਹੜੀ ਪੰਡ ਆ ਉਹ ਆਪਣੇ ਸਿਰ ਤੇ ਰੱਖੀ ਹੋਈ ਹੈ ਬੰਦੇ ਨੇ। ਹਰ ਵੇਲੇ ਵਿਕਾਰੀ ਗੱਲਾਂ ਕਰਨੀਆਂ, ਸਮਝ ਲਓ ਗਲੇ ਵਿੱਚ ਪੱਥਰ ਲਟਕਾਏ ਨੇ ਆਪਣੇ, ਤੇ ਹਰ ਵੇਲੇ ਨਿੰਦਾ ਵਿੱਚ ਰਹਿਣਾ, ਸਮਝ ਲਓ ਸਿਰ ਤੇ ਨਿੰਦਾ ਦੀ ਪੰਡ ਰੱਖੀ ਹੋਈ ਹੈ। ਤੇ ਐਸਾ ਮਨੁੱਖ ਦਾ ਸਮੁੰਦਰ ਵਿੱਚ ਜਾ ਕੇ ਪਾਰ ਹੋਣਾ ਪਾਓ ਕਿ ਇਕੱਲੇ ਕੁਛ ਵੀ ਕੋਲ ਨਾ ਹੋਵੇ। ਉਸ ਮਨੁੱਖ ਦਾ ਨਦੀ ਵਿੱਚੋਂ, ਸਮੁੰਦਰ ਵਿੱਚੋਂ, ਸਾਗਰ ਵਿੱਚੋਂ ਪਾਰ ਹੋਣਾ ਔਖਾ ਹੈ। ਪਰ ਅਸੀਂ ਇਤਨਾ ਕੁਛ ਨਾਲ ਲੈ ਕੇ ਤੁਰੇ ਹੋਏ ਹਾਂ, ਇਸ ਸੰਸਾਰ ਸਮੁੰਦਰ ਵਿੱਚੋਂ ਅਸੀਂ ਕਿਵੇਂ ਪਾਰ ਹੋਵਾਂਗੇ? ਗੁਰੂ ਸਾਹਿਬ ਨੇ ਉਹ ਸੀਨ ਸਾਨੂੰ ਦਿਖਾਏ ਨੇ ਕਿ ਕਿੱਦਾਂ ਆਪਾਂ ਇਸ ਦੇ ਵਿੱਚੋਂ ਪਾਰ ਹੋ ਸਕਦੇ ਹਾਂ, ਕਿਵੇਂ ਲੰਘ ਸਕਦੇ ਹਾਂ, ਕਿਉਂਕਿ ਇਤਨਾ ਕੁਛ ਅਸੀਂ ਬਣ ਕੇ ਤੁਰੇ ਹੋਏ ਹਾਂ। ਪਹਿਲੀ ਗੱਲ ਕਿ ਬੇੜਾ ਕਮਜ਼ੋਰ ਹੈ, ਬੇਅੰਤ ਛਿੱਦਰ ਫੁੱਟੇ ਹੋਏ ਨੇ ਔਗੁਣਾਂ ਦੇ ਇਸ ਦੇ ਵਿੱਚ। ਕਦੋਂ ਵੀ ਇਹ ਬੇੜੀ ਜਿਹੜੀ ਉਹ ਡੁੱਬ ਸਕਦੀ ਹੈ ਸਾਡੀ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਇੱਕ ਬੜੀ ਪਿਆਰੀ ਗੱਲ ਸਾਡੇ ਸਾਹਮਣੇ ਰੱਖੀ। ਕਬੀਰ ਸਾਹਿਬ ਕਹਿੰਦੇ ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਆਖਣ ਲੱਗੇ ਹੰਕਾਰ ਨਾ ਕਰੀ ਸੰਸਾਰ ਦੇ ਵਿੱਚ, ਕਿਸੇ ਗਰੀਬ ਨੂੰ ਵੇਖ ਕੇ ਮਖੌਲ ਨਾ ਕਰੀ, ਹਸੀ ਨਾ, ਕਿਉਂਕਿ ਅਜੇ ਤੇਰੀ ਜਿਹੜੀ ਬੇੜੀ ਹੈ ਸੰਸਾਰ ਸਮੁੰਦਰ ਵਿੱਚ ਹੈ, ਪਤਾ ਨਹੀਂ ਕਿਸ ਵੇਲੇ ਕੀ ਹੋ ਜਾਏ। ਉਸ ਬੰਦੇ ਨੂੰ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਜਿਹਦੀ ਬੇੜੀ ਸੰਸਾਰ ਸਮੁੰਦਰ ਵਿੱਚ ਹੈ, ਜਿਹਦੀ ਬੇੜੀ ਅਜੇ ਪਾਰ ਨਹੀਂ ਲੰਘੀ। ਹਾਂ, ਉਹ ਕਹਿ ਸਕਦਾ ਮਨੁੱਖ ਕਿ ਹਾਂ ਮੈਂ ਪੂਰੀ ਜ਼ਿੰਦਗੀ ਜੀ ਲਈ ਤੇ ਬੇਦਾਗ ਜ਼ਿੰਦਗੀ ਬਤੀਤ ਕਰਕੇ ਆਇਆ, ਬਸ ਹੁਣ ਮਰ ਜਾਣਾ, ਮੈਨੂੰ ਕੋਈ ਦਾਗ ਨਹੀਂ ਲੱਗਿਆ। ਪਰ ਜਿਹੜਾ ਮਨੁੱਖ ਸੰਸਾਰ ਦੇ ਵਿੱਚ ਅਜੇ ਜਿਉ ਰਿਹਾ ਨਾ, ਤੇ ਕਦੀ ਵੀ ਕੋਈ ਦਾਗ ਲੱਗ ਸਕਦਾ, ਕੋਈ ਲਾਂਛਨ ਲੱਗ ਸਕਦਾ, ਇਸ ਜੇ ਬੇੜੀ ਕਿਤੇ ਵੀ ਡੁੱਬ ਸਕਦੀ ਹੈ। ਉਸ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਕਬੀਰ ਸਾਹਿਬ ਕਹਿੰਦੇ ਨੇ ਦੂਜੇ ਨੂੰ ਵੇਖ ਕੇ ਹੱਸਣਾ ਨਹੀਂ ਚਾਹੀਦਾ। ਦੇਖ ਫਲਾਣੇ ਦੇ ਘਰ ਇਹ ਹੋ ਰਿਹਾ, ਉਹਦੇ ਘਰ ਵਿੱਚ ਇਹ ਹੋਇਆ, ਫਲਾਣੇ ਦਾ ਇੱਦਾਂ ਇੱਜ਼ਤ ਚਲੀ ਗਈ। ਭਗਤ ਜੀ ਕਹਿੰਦੇ ਇਹ ਵਿਚਾਰ ਜੀਵਨ 'ਚ ਕਰਨੀ ਕਿ ਹੰਕਾਰ ਨਾ ਕਰੀ ਆਪਣੇ ਕਰਮਾਂ ਨੂੰ ਵੇਖ ਕੇ। ਪਤਾ ਨਹੀਂ ਕਿਸ ਵੇਲੇ ਉਹ ਸਮਾਂ ਆ ਜਾਏ ਕਿ ਜਦੋਂ ਤੂੰ ਸੰਸਾਰ ਦੇ ਵਿੱਚ, ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਏ। ਕਿਉਂਕਿ ਇੱਕ ਨਹੀਂ, ਇੱਥੇ ਅਨੰਤ ਲੋਕ ਡੁੱਬ ਰਹੇ ਹਨ। ਇੱਥੇ ਕੋਈ ਬਿਰਲਾ ਬਿਰਲਾ ਹੀ ਤਰਦਾ ਹੈ। ਡੁੱਬਣ ਵਾਲਿਆਂ ਦੀ ਗਿਣਤੀ ਬਹੁਤੀ ਹੈ, ਤਰਨ ਵਾਲਿਆਂ ਦੀ ਗਿਣਤੀ ਕੋਈ ਇੱਕ ਅੱਧਾ ਹੈ ਜਿਹੜਾ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ। ਇਸ ਕਰਕੇ ਕਦੀ ਵੀ ਹੰਕਾਰ ਨਾ ਕਰੀ, ਕਦੀ ਮਾਣ ਨਾ ਕਰੀ। ਕਿਸੇ ਦੀ ਗਰੀਬੀ ਨੂੰ ਦੇਖ ਕੇ ਨਾ ਹੱਸੀ, ਕਿਸੇ ਦੇ ਦੁੱਖ ਨੂੰ ਦੇਖ ਕੇ ਨਾ ਹੱਸੀ। ਅਸੀਂ ਕਰਦੇ ਇੱਦਾਂ ਹੀ ਹਾਂ ਵੀ ਕਈ ਵਾਰੀ ਕਿਸੇ ਦੇ ਜੀਵਨ 'ਚ ਕੋਈ ਘਾਟਾ ਹੋ ਜਾਏ, ਕਿਸੇ ਦੇ ਜੀਵਨ 'ਚ ਕੋਈ ਘਟਨਾ ਵਾਪਰ ਜਾਏ, ਅਸੀਂ ਕਈ ਵਾਰੀ ਮਖੌਲ ਕਰਦੇ ਹਾਂ, ਦੇਖ ਚੰਗਾ ਹੋਇਆ ਇਸ ਦੇ ਨਾਲ ਇਹ ਘਟਨਾ ਵਾਪਰ ਗਈ। ਭਗਤ ਜੀ ਕਹਿੰਦੇ ਤੇਰੇ ਨਾਲ ਵੀ ਉਹ ਘਟਨਾ ਵਾਪਰ ਸਕਦੀ ਹੈ। ਤੇਰੀ ਜ਼ਿੰਦਗੀ ਵਿੱਚ ਉਹ ਸਮਾਂ ਆ ਸਕਦਾ ਜਿਹੜੇ ਸਮਿਆਂ ਦੇ ਵਿੱਚ ਤੂੰ ਕਿਸੇ ਦੇ ਉੱਤੇ ਹੱਸ ਰਿਹਾ, ਮਖੌਲ ਕਰ ਰਿਹਾ ਜਾਂ ਠਾਠਾ ਮਜ਼ਾਕ ਕਰ ਰਿਹਾ, ਕਿਉਂਕਿ ਸਾਡੀ ਬੇੜੀ ਸਮੁੰਦਰ ਵਿੱਚ ਹੈ, ਸੰਸਾਰ ਦੇ ਵਿੱਚ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਜਿਸ ਸੰਸਾਰ ਸਮੁੰਦਰ ਵਿੱਚ ਅਸੀਂ ਰਹਿ ਰਹੇ ਹਾਂ ਨਾ, ਇਸ ਬਾਰੇ ਕਹਿੰਦੇ ਤਿਤ ਸਰਵਰ ਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬਿਏ ਲੈ। ਸੋ ਕਹਿੰਦੇ ਅਸੀਂ ਦੇਖਿਆ ਕਿ ਸੰਸਾਰ ਡੁੱਬ ਰਿਹਾ ਹੈ। ਕਿਉਂ ਡੁੱਬ ਰਿਹਾ? ਜਿਹੜਾ ਇਸ ਦਾ ਮੱਲਾ ਮਨ ਹੈ ਨਾ, ਉਹ ਬੜਾ ਕਮਜ਼ੋਰ ਹੈ, ਉਹ ਬੜਾ ਮੂਰਖ ਹੈ। ਕਿਉਂਕਿ ਮਨ ਏਕ ਨਾ ਚੇਤਸ ਮੂੜ ਮਨਾ, ਹੇ ਮੂਰਖ ਮਨਾ, ਹੇ ਮੂਰਖ ਮੱਲਾ। ਇਹ ਮਨ ਸਾਡਾ ਮੱਲਾ, ਇਸ ਬੇੜੀ ਨੂੰ ਚਲਾਉਣ ਵਾਸਤੇ ਯਾਦ ਰੱਖਿਓ। ਸਾਡੀ ਜ਼ਿੰਦਗੀ ਰੂਪੀ ਬੇੜੀ ਨੂੰ ਤੋਰਨ ਵਾਸਤੇ ਮਨ ਰੂਪੀ ਮੱਲਾ ਹੈ, ਸਰੀਰ ਰੂਪੀ ਬੇੜਾ ਹੈ, ਜਿਸ ਦੇ ਵਿੱਚ ਅਨੇਕਾਂ ਖਾਮੀਆਂ ਦੇ ਛਿੱਦਰ ਨੇ। ਤੇ ਮਨ ਰੂਪੀ ਮੱਲਾ ਕੀ ਹੈ? ਉਹ ਮੂਰਖਤਾ ਵਿੱਚ ਹੈ।
ਮਨ ਕਹਿੰਦਾ ਨਾ ਮੈਨੂੰ ਬੜਾ ਗਿਆਨ ਹੈ, ਮੈਨੂੰ ਬੜੀ ਸਮਝ ਹੈ, ਸਾਨੂੰ ਇਹ ਪੂਰੀ ਜ਼ਿੰਦਗੀ ਫੀਲ ਕਰਾ ਕੇ ਰੱਖਦਾ ਵੀ ਤੇਰੇ ਵਰਗਾ ਤਾਂ ਸਿਆਣਾ ਜੰਮਿਆ ਹੀ ਕੋਈ ਨਹੀਂ ਨਾ। ਸਾਡਾ ਮਨ ਇਹ ਸਾਨੂੰ ਸਮਝਾ ਕੇ ਰੱਖਦਾ ਵੀ ਤੇਰੇ ਵਰਗਾ ਸਿਆਣਾ ਕੋਈ ਨਹੀਂ, ਤੂੰ ਬੜਾ ਚਤਰ ਚਲਾਕ। ਮਨ ਇੱਦਾਂ ਅੰਦਰੋਂ ਫੀਲਿੰਗ ਦਿੰਦਾ ਰਹਿੰਦਾ ਵੀ ਤੇਰੇ ਵਰਗਾ ਸਿਆਣਾ ਥੋੜ੍ਹੀ ਕੋਈ ਜੰਮਿਆ ਇੱਥੇ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਦੇਖਿਆ ਕਿ ਸੰਸਾਰ ਵਿੱਚ ਲੋਕ ਡੁੱਬ ਰਹੇ ਨੇ, ਇਸ ਕਰਕੇ ਕਹਿੰਦੇ ਮਨ ਏਕ ਨਾ ਚੇਤਸ ਮੂੜ ਮਨਾ, ਹੈ ਮੂਰਖ ਮਨਾ ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਹਰ ਵਿਸਰਤ ਤੇਰੇ ਗੁਣ ਗਲਿਆ, ਰੱਬ ਨੂੰ ਭੁਲਾ ਦਿੱਤਾ। ਤੇਰੇ ਜਿਹੜੇ ਰੱਬੀ ਗੁਣ ਸਨ ਨਾ ਉਹ ਤੇਰੇ ਗਲ ਗਏ, ਖਤਮ ਹੋ ਗਏ, ਸਮਾਪਤ ਹੋ ਗਏ। ਕਿਉਂਕਿ ਅਕੜ ਜਿੱਥੇ ਹੋਏਗੀ, ਜਿੱਥੇ ਹੰਕਾਰ ਹੋਏਗਾ, ਜਿੱਥੇ ਮੂਰਖਤਾ ਹੋਏਗੀ ਨਾ, ਮੂਰਖ ਮਨੁੱਖ ਦੂਜੇ ਕੋਲੋਂ ਗੁਣ ਨਹੀਂ ਲੈ ਸਕਦਾ, ਹੁਨਰ ਨਹੀਂ ਲੈ ਸਕਦਾ, ਕਲਾ ਨਹੀਂ ਲੈ ਸਕਦਾ। ਮੰਨ ਲਓ ਕਿ ਕਿਤੇ ਕੋਈ ਸਿਆਣਾ ਮੱਲਾ ਹੋਵੇ ਜਿਸਨੇ ਕਈ ਵਾਰੀ ਤੂਫਾਨ ਵਿੱਚੋਂ ਬੇੜੀ ਨੂੰ ਕੱਢਿਆ ਹੋਵੇ, ਅਤੇ ਇੱਕ ਮੱਲਾ ਜਿਹੜਾ ਕਿ ਹੰਕਾਰ ਵਸ ਬੇੜੀ ਚਲਾਉਂਦਾ ਹੋਵੇ, ਉਹ ਕਦੀ ਨਹੀਂ ਕਹੇਗਾ ਵੀ ਤੂੰ ਕਈ ਵਾਰੀ ਉਸ ਸਮੇਂ ਦੇ ਵਿੱਚ ਫਸਿਆ ਜਦੋਂ ਸਮੁੰਦਰ ਦੇ ਅੰਦਰ ਤੂਫਾਨ ਆਇਆ, ਪਰ ਤੂੰ ਬੜੀ ਬੇਬਾਕੀ ਦੇ ਨਾਲ ਬੇੜੀ ਨੂੰ ਪਾਰ ਕਰਕੇ ਲਿਆ। ਤਰੀਕਾ ਕਿਸੇ ਤੇਰੇ ਕੋਲ ਪੁੱਛੇਗਾ ਹੀ ਨਹੀਂ ਬੰਦਾ। ਉਹ ਕਹਿੰਦਾ ਵੀ ਮੇਰੇ ਵਰਗਾ ਮੈਂ ਵੀ ਤਾਂ ਬੇੜੀ ਚਲਾਉਂਦਾ, ਮੇਰੇ ਵਰਗਾ ਸਿਆਣਾ ਕਿਹੜਾ ਹੋ ਸਕਦਾ ਇੱਥੇ। ਉਹ ਕਦੀ ਨਹੀਂ ਪੁੱਛੇਗਾ। ਪਿਆਰ ਬਾਰੇ ਸੱਚ ਜਾਣਨਾ ਇਹੀ ਕਾਰਨ ਹੈ ਕਿ ਅਸੀਂ ਸੰਸਾਰ 'ਚ ਦੇਖਦੇ ਹਾਂ ਕਿ ਅਸੀਂ ਕਈ ਵਾਰੀ ਜੀਵਨ ਵਿੱਚ ਬਹੁਤ ਸਾਰੀ ਉਲਝਣਾਂ 'ਚ ਫਸੇ ਹੁੰਦੇ ਹਾਂ, ਦੁਬਿਧਾ ਵਿੱਚ ਫਸੇ ਹੁੰਦੇ ਹਾਂ, ਪਰ ਅਸੀਂ ਕਈ ਵਾਰੀ ਪੁੱਛਣ ਦਾ ਯਤਨ ਨਹੀਂ ਕਰਦੇ ਕਿ ਤੁਸੀਂ ਇਸ ਦੁਬਿਧਾ ਵਿੱਚੋਂ ਕਿਵੇਂ ਬਚ ਗਏ। ਅਸੀਂ ਤਾਂ ਦੁਬਿਧਾ ਵਿੱਚ ਹਾਂ। ਸਾਡੀ ਜ਼ਿੰਦਗੀ ਤਾਂ ਇਹ ਉਲਝਣ ਜਿਹੜੀ ਸਾਨੂੰ ਤੰਗ ਕਰ ਰਹੀ ਹੈ, ਇਹ ਵਿਚਾਰ ਸਾਨੂੰ ਹਰ ਵੇਲੇ ਪਰੇਸ਼ਾਨ ਕਰਦੀ ਹੈ। ਪਰ ਹਰ ਇੱਕ ਮਨੁੱਖ ਦਾ ਮਨ ਮੱਲਾ ਜਿਹੜਾ ਉਹ ਕਹਿੰਦਾ ਤੇਰੇ ਵਰਗਾ ਸਿਆਣਾ ਕੋਈ ਨਹੀਂ। ਤੀਜੀ ਗੱਲ ਦੇਖੋ, ਦੋ ਗੱਲਾਂ ਹੋ ਗਈਆਂ, ਇੱਕ ਬੇੜਾ ਕਮਜ਼ੋਰ ਹੈ, ਦੂਜੀ ਗੱਲ ਮਨ ਰੂਪੀ ਮੱਲਾ ਜਿਹੜਾ ਹੈ ਨਾ ਉਹ ਅਤ ਦਾ ਸਿਆਣਾ ਬਣਦਾ ਹੈ, ਔਰ ਇਹ ਮਨ ਮੱਲਾ ਬੜਾ ਮੂਰਖ ਹੈ, ਇਸ ਕਰਕੇ ਇਹ ਆਪਣੀ ਬੇੜੀ ਨੂੰ ਡੋਬ ਲੈਂਦਾ। ਅਤੇ ਤੀਜੀ ਗੱਲ ਗੁਰਬਾਣੀ 'ਚ ਲਿਖੀ ਹੈ, ਮਾਰੇ ਕਹਿੰਦੇ ਲੋਭ ਲਹਿਰ ਅਤ ਨੀਜਰ ਵਾਜੈ, ਕਾਇਆ ਡੁੱਬੈ ਕੇਸਵਾ। ਇਸ ਸੰਸਾਰ ਸਮੁੰਦਰ ਵਿੱਚ ਲੋਭ ਦੀਆਂ ਲਹਿਰਾਂ ਵੱਜ ਰਹੀਆਂ, ਤੂਫਾਨ ਆਇਆ ਹੋਇਆ ਲੋਭ ਦਾ। ਅਤੇ ਲੋਭ ਦੀਆਂ ਜਿਹੜੀਆਂ ਲਹਿਰਾਂ ਨੇ ਨਾ ਉਹ ਸਾਨੂੰ ਹਰ ਰੋਜ਼ ਆਪਣੇ ਵਿੱਚ ਡੋਬ ਰਹੀਆਂ ਨੇ, ਸੰਸਾਰ ਸਮੁੰਦਰ ਵਿੱਚ ਡੋਬ ਰਹੀਆਂ ਨੇ। ਇਹ ਕਾਇਆ ਡੁੱਬ ਰਹੀ ਹੈ। ਹੁਣ ਇਹ ਤਿੰਨ ਚੀਜ਼ਾਂ ਨੇ ਜੀਵਨ 'ਚ ਯਾਦ ਰੱਖਿਓ। ਪਹਿਲੀ ਗੱਲ, ਸਾਡਾ ਬੇੜਾ ਕਮਜ਼ੋਰ ਹੈ, ਜਿਸ ਨੂੰ ਮਹਾਰਾਜ ਨੇ ਕਿ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ, ਆਗੇ ਕੋ ਕੁਛ ਤੁਲਹਾ ਬਾਂਧੋ ਕਿਆ ਭਰਵਾਸਾ ਧਨ ਕਾ। ਦੂਜੀ ਗੱਲ, ਮਨ ਰੂਪੀ ਮੱਲਾ ਅਤ ਦਾ ਮੂਰਖ ਹੈ। ਤੀਜੀ ਗੱਲ, ਇਸ ਸੰਸਾਰ ਸਮੁੰਦਰ ਵਿੱਚ ਲੋਭ ਦੀਆਂ ਲਹਿਰਾਂ ਉੱਠਦੀਆਂ, ਇਹ ਤੂਫਾਨ ਆਇਆ ਹੋਇਆ, ਸਾਡੀ ਜ਼ਿੰਦਗੀ ਇੱਥੇ ਡੁੱਬ ਰਹੀ ਹੈ। ਇਸ ਕਰਕੇ ਭਗਤ ਨਾਮਦੇਵ ਜੀ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਤਰਲਾ ਕਰ ਰਹੇ ਹਨ, ਅਰਦਾਸ ਕਰ ਰਹੇ ਹਨ, ਹੇ ਮੇਰੇ ਰੱਬ, ਹੇ ਮੇਰੇ ਪ੍ਰਭੂ, ਹੇ ਮੇਰੇ ਰਮੇ ਹੋਏ ਰਾਮ, ਇੱਕ ਕਿਰਪਾ ਕਰ, ਮੋਕੋ ਤਾਰ ਲੈ ਰਾਮ ਤਾਰ ਲੈ। ਹੇ ਮੇਰੇ ਰਾਮ, ਮੈਨੂੰ ਸੰਸਾਰ ਸਮੁੰਦਰ ਤੋਂ ਤਾਰ ਲੈ, ਬਚਾ ਲੈ, ਮੈਂ ਤਾਂ ਡੁੱਬ ਰਿਹਾ ਹਾਂ, ਮੈਨੂੰ ਇੱਥੋਂ ਪਾਰ ਕਰ ਲੈ। ਔਰ ਇਤਨੇ ਨਿਮਰਤਾ ਭਾਵ ਵਿੱਚ ਬੇਨਤੀ ਕਰ ਰਹੇ ਨੇ ਭਗਤ ਜੀ। ਕਹਿਣ ਲੱਗੇ, ਮੈਂ ਅਜਾਨ ਜਨ ਤਰਵੇ ਨਾ ਜਾਨੂ, ਬਾਪ ਬੀਠਲਾ ਬਾਹਾਂ ਦੇ। ਭਗਤ ਨਾਮਦੇਵ ਜੀ ਨੇ ਪਰਮਾਤਮਾ ਲਈ, ਅਕਾਲ ਪੁਰਖ ਵਾਹਿਗੁਰੂ ਲਈ ਉਹਨਾਂ ਨੇ ਕਿਤੇ ਰਾਮ ਅੱਖਰ ਵਰਤਿਆ, ਕਿਤੇ ਰਾਮ ਅੱਖਰ ਵਰਤਿਆ, ਕਿਤੇ ਬਿਠੁਲ ਅੱਖਰ ਵਰਤਿਆ। ਔਰ ਇਹ ਸਾਰੇ ਜਿਹੜੇ ਅੱਖਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਰਮੇ ਹੋਏ ਰਾਮ ਦੇ ਲਿਖਾਏ ਹਨ, ਜੋ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ, ਸਰਵ ਵਿਆਪੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਖ ਰਹੇ ਨੇ, ਕਹਿੰਦੇ ਮੈਂ ਅਜਾਨ, ਵੀ ਮੈਂ ਅਣਜਾਣ ਹਾਂ, ਮੈਨੂੰ ਜਾਣਕਾਰੀ ਨਹੀਂ ਵੀ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋਣਾ, ਮੈਨੂੰ ਉਸ ਗੱਲ ਦਾ ਗਿਆਨ ਨਹੀਂ ਹੈ, ਮੈਂ ਅਣਜਾਣ ਹਾਂ। ਮੈਂ ਇੱਕ ਬੇਨਤੀ ਕਰਾਂ, ਜਿਹੜਾ ਮਨੁੱਖ ਗੁਰੂ ਸਾਹਿਬ ਦੇ ਦਰ 'ਤੇ ਅਣਜਾਣ ਬਣ ਕੇ ਆਉਂਦਾ ਹੈ, ਉਹ ਇੱਥੋਂ ਸਭ ਕੁਝ ਲੈ ਕੇ ਚਲਾ ਜਾਂਦਾ। ਜਿਹੜਾ ਇੱਥੇ ਸਿਆਣਾ ਬਣ ਕੇ ਆਉਂਦਾ ਨਾ, ਅਤੇ ਇੱਥੋਂ ਗੁਰੂ ਦੀਆਂ ਬਖਸ਼ਿਸ਼ਾਂ ਤੋਂ, ਗੁਰੂ ਦੀਆਂ ਅਸੀਸਾਂ ਤੋਂ ਉਹ ਵਾਂਝਾ ਰਹਿ ਜਾਂਦਾ, ਜਿਹੜਾ ਕਹਿੰਦਾ ਮੇਰੇ ਵਰਗਾ ਸਿਆਣਾ ਕੋਈ ਨਹੀਂ। ਭਗਤ ਜੀ ਕਹਿੰਦੇ ਮੈਂ ਅਣਜਾਣ ਹਾਂ, ਮੈਂ ਅਜਾਨ
ਜਨ ਤਰ ਉਹ ਨਾ ਜਾਣੂ, ਮੈਂ ਤਰਨਾ ਨਹੀਂ ਜਾਣਦਾ। ਸੰਸਾਰ ਸਾਗਰ ਨੂੰ ਪਾਰ ਕਿਵੇਂ ਹੋਣਾ ਹੈ? ਸੰਸਾਰ ਦੀਆਂ ਇਹਨਾਂ ਉਲਝਣਾਂ ਤੋਂ, ਇਹਨਾਂ ਦੁੱਖਾਂ ਤੋਂ, ਇਹਨਾਂ ਝਮੇਲਿਆਂ ਤੋਂ, ਇਹ ਦੁਵਿਧਾਵਾਂ ਤੋਂ, ਇਹਨਾਂ ਪਰੇਸ਼ਾਨੀਆਂ ਤੋਂ ਕਿਵੇਂ ਬਚਣਾ ਹੈ? ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਬਿਲਕੁਲ ਨਹੀਂ ਜਾਣਦਾ, ਮੈਂ ਬਿਲਕੁਲ ਅਣਜਾਣ ਹਾਂ, ਮੈਨੂੰ ਸਮਝ ਕੋਈ ਨਹੀਂ। ਤੁਸੀਂ ਦੇਖੋਗੇ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਉਲਝਣਾਂ ਦੇ ਵਿੱਚ ਅਸੀਂ ਜ਼ਿੰਦਗੀ ਜੀ ਰਹੇ ਹੁੰਦੇ ਹਾਂ। ਜ਼ਿੰਦਗੀ ਨੂੰ ਇਸ ਤਰ੍ਹਾਂ ਸਮਝੀਏ ਕਿ ਅਸਲ ਵਿੱਚ ਇਹ ਜ਼ਿੰਦਗੀ ਨਾਮ ਹੀ ਉਲਝਣ ਦਾ ਹੈ, ਪਰੇਸ਼ਾਨੀਆਂ ਦਾ, ਦੁੱਖਾਂ ਦਾ। ਕੋਈ ਆਖੇ ਨਾ ਵੀ ਫਲਾਣੇ ਦੀ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਨਹੀਂ, ਜਿਹੜਾ ਮਰਜ਼ੀ ਬੰਦੇ ਨੂੰ ਜਾ ਕੇ ਪੁੱਛ ਲਓ, ਹਰ ਇੱਕ ਮਨੁੱਖ ਨੇ ਉਸ ਪਰੇਸ਼ਾਨੀ ਦਾ ਸਾਹਮਣਾ ਕਰਕੇ ਹੀ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਇਆ ਹੋਵੇਗਾ। ਇੱਕ ਵੀ ਬੰਦਾ ਸੰਸਾਰ ਵਿੱਚ ਐਸਾ ਨਹੀਂ ਜਿਹਦੇ ਸਾਹਮਣੇ ਕੋਈ ਪਰੇਸ਼ਾਨੀ ਨਹੀਂ ਆਈ। ਉਹ ਜਿਹੜਾ ਆਖੇ ਵੀ ਕੋਈ ਪਰੇਸ਼ਾਨੀ ਨਾ ਹੋਵੇ, ਮੇਰੇ ਕੋਲ ਐਸੀ ਜ਼ਿੰਦਗੀ ਹੋਵੇ, ਐਸਾ ਮਨੁੱਖ ਕਦੀ ਸਫਲ ਵੀ ਨਹੀਂ ਹੋ ਸਕਦਾ। ਪਰੇਸ਼ਾਨੀਆਂ ਵਿੱਚੋਂ ਹੀ ਮਨੁੱਖ ਜਦੋਂ ਲੰਘਦਾ ਤਾਂ ਉਸ ਨੂੰ ਪਤਾ ਹੁੰਦਾ ਕਿ ਜ਼ਿੰਦਗੀ ਨੂੰ ਕਿਵੇਂ ਜੀਣਾ। ਜਿਹਦੇ ਸਾਹਮਣੇ ਕੋਈ ਪਰੇਸ਼ਾਨੀ ਨਹੀਂ ਆਈ, ਕੋਈ ਉਲਝਣ ਖੜੀ ਨਹੀਂ ਹੋਈ, ਜਿਹਦੇ ਜੀਵਨ 'ਚ ਕੋਈ ਦੁੱਖ ਨਹੀਂ ਆਇਆ, ਜਿਸਨੇ ਸੰਸਾਰ ਦੇ ਵਿੱਚ ਇਹਨਾਂ ਵਿਕਾਰਾਂ ਦਾ, ਬੁਰਾਈਆਂ ਦਾ, ਸੰਸਾਰ ਦੇ ਲੋਕਾਂ ਦਾ, ਇਸ ਸਮਾਜ ਦੇ ਉਹਨਾਂ ਲੋਕਾਂ ਦਾ, ਜਿਹੜੇ ਲੋਕ ਹਰ ਵੇਲੇ ਨਿੰਦਾ ਚੁਗਲੀ ਕਰਨ ਵਾਲੇ ਸਨ, ਜੇ ਉਹਨਾਂ ਦਾ ਸਾਹਮਣਾ ਕਰਕੇ ਅੱਗੇ ਨਹੀਂ ਵਧਿਆ ਨਾ, ਉਸ ਮਨੁੱਖ ਨੂੰ ਜ਼ਿੰਦਗੀ ਜੀਣ ਦਾ ਤਜਰਬਾ ਵੀ ਨਹੀਂ ਆ ਸਕਦਾ। ਇਹ ਯਾਦ ਰੱਖਿਓ। ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਆਪਾਂ ਪਾਰ ਹੋਣਾ। ਔਰ ਹਰ ਇੱਕ ਮਨੁੱਖ ਦੀ ਜ਼ਿੰਦਗੀ 'ਚ ਉਲਝਣਾਂ ਨੇ, ਪਰੇਸ਼ਾਨੀਆਂ ਨੇ, ਅਲੱਗ ਅਲੱਗ ਹੋ ਸਕਦੀਆਂ ਸਿਚੁਏਸ਼ਨ ਦੇ ਅਨੁਸਾਰ। ਕਿਸੇ ਕੋਲ ਕੋਈ ਪਰੇਸ਼ਾਨੀ ਹੋ ਸਕਦੀ ਹੈ, ਕਿਸੇ ਕੋਲ ਕੋਈ ਪਰੇਸ਼ਾਨੀ ਹੋ ਸਕਦੀ ਹੈ। ਹਰ ਇੱਕ ਮਨੁੱਖ ਦੇ ਸਾਹਮਣੇ ਕੋਈ ਨਾ ਕੋਈ ਪਰੇਸ਼ਾਨੀ ਹੈ, ਕੋਈ ਨਾ ਕੋਈ ਦੁੱਖ ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਹੈ। ਦੁੱਖ ਤੋਂ ਲੜ ਕੇ ਉਸ ਪਰੇਸ਼ਾਨੀ ਦਾ ਸਾਹਮਣਾ ਕਰਕੇ ਅੱਗੇ ਵਧਣਾ। ਇਸ ਕਰਕੇ ਭਗਤ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਪਹਿਲੀ ਗੱਲ ਤਾਂ ਮੈਂ ਅਣਜਾਣ ਹਾਂ, ਮੈਨੂੰ ਤਰਨਾ ਨਹੀਂ ਆਉਂਦਾ, ਪਾਓ ਮੈਂ ਤਰਨਾ ਨਹੀਂ ਜਾਣਦਾ। ਤੇ ਕਹਿਣ ਲੱਗੇ, ਬਾਪ ਬੀਠਲਾ ਬਾਹਾਂ ਦੇ, ਹੇ ਮੇਰੇ ਬਿਠੁਲ, ਹੇ ਮੇਰੇ ਪਿਤਾ ਪ੍ਰਭੂ, ਮੈਨੂੰ ਆਪਣੀ ਬਾਹਾਂ ਫੜਾ, ਕਿਉਂਕਿ ਮੈਂ ਤਾਂ ਸੰਸਾਰ ਸਮੁੰਦਰ ਵਿੱਚ ਡੁੱਬ ਰਿਹਾ। ਸਿਆਣੇ ਕਹਿੰਦੇ, ਡੁੱਬਦੇ ਨੂੰ ਤਿਨਕੇ ਦਾ ਸਾਰਾ। ਜਦੋਂ ਅਸੀਂ ਡੁੱਬ ਰਹੇ ਹੋਈਏ ਨਾ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕਰਨੀ ਬਣਦੀ ਹੈ, ਤਰਲਾ ਲੈਣਾ ਬਣਦਾ ਹੈ। ਔਰ ਇਤਿਹਾਸ ਦੇ ਵਿੱਚ ਇਹ ਗਵਾਹੀ ਹੈ ਕਿ ਜਦੋਂ ਮੱਖਣ ਸ਼ਾਹ ਲਵਾਣੇ ਦਾ ਬੇੜਾ ਸਮੁੰਦਰ ਦੇ ਅੰਦਰ ਡੁੱਬਣ ਲੱਗਿਆ ਨਾ, ਉਹਨੇ ਵੇਖਿਆ ਵੀ ਹੁਣ ਇਹ ਬੇੜਾ ਡੁੱਬ ਜਾਣਾ। ਤਾਂ ਉਸ ਵੇਲੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ, ਮੈਂ ਤੇਰਾ ਆਨੰਦ ਸੇਵਕ ਹਾਂ, ਤੇਰਾ ਦਾਸ ਹਾਂ, ਮੇਰੇ ਉੱਤੇ ਤਰਸ ਕਰਕੇ ਇਹ ਬੇੜਾ ਡੁੱਬਣ ਲੱਗਾ ਹੈ। ਹੇ ਗੁਰੂ ਸਾਹਿਬ, ਤੇਰੀ ਕਿਰਪਾ ਦੇ ਨਾਲ ਇਹ ਮੇਰਾ ਬੇੜਾ ਪਾਰ ਹੋ ਸਕਦਾ ਹੈ। ਹੋਰ ਕੋਈ ਢੰਗ, ਹੋਰ ਕੋਈ ਤਰੀਕਾ ਨਹੀਂ ਇਸ ਬੇੜੇ ਨੂੰ ਪਾਰ ਕਰਨ ਦਾ, ਹੁਣ ਤੂੰ ਹੀ ਕਰ ਸਕਦਾ। ਮੈਨੂੰ ਪੂਰਾ ਭਰੋਸਾ ਹੈ ਤੇਰੇ ਉੱਤੇ ਕਿ ਤੂੰ ਮੇਰਾ ਬੇੜਾ ਪਾਰ ਕਰ ਸਕਦਾ। ਵੈਸੇ ਇਹ ਡੁੱਬ ਹੀ ਜਾਣਾ। ਜਦੋਂ ਉਸ ਹਾਲਤ ਵਿੱਚ ਮੱਖਣ ਸ਼ਾਹ ਲਵਾਣੇ ਨੇ ਅਰਦਾਸ ਕੀਤੀ ਹੋਏਗੀ, ਇਹ ਗੱਲ ਜੀਵਨ 'ਚ ਯਾਦ ਰੱਖਿਆ, ਅਰਦਾਸ ਉਸ ਦਿਨ ਨਾਲ ਪੂਰੀ ਹੁੰਦੀ ਜਦੋਂ ਕੋਈ ਵੀ ਹੋਰ ਭਰੋਸਾ ਨਾ ਰਹੇ ਜੀਵਨ 'ਚ। ਜਦੋਂ ਕਿਸੇ ਭਰੋਸੇ ਅਸੀਂ ਅਰਦਾਸ ਕਰਦੇ ਹਾਂ ਨਾ, ਜਿਵੇਂ ਕੋਈ ਮੰਨ ਲਓ ਬੰਦਾ ਬਿਮਾਰ ਹੋ, ਕਵੇ ਡਾਕਟਰਾਂ ਦਾ ਆਸਰਾ ਹੈ, ਮੇਰੇ ਕੋਲ ਪੈਸੇ ਹੈਗੇ ਨੇ, ਮੇਰੇ ਕੋਲ ਰਿਸ਼ਤੇਦਾਰ ਹੈਗੇ ਨੇ, ਮੇਰੇ ਕੋਲ ਤਾਂਤਰਿਕ ਹੈਗੇ ਨੇ, ਮੇਰੇ ਕੋਲ ਫਲਾਣੇ ਹੈਗੇ ਨੇ, ਮੈਂ ਕਰ ਹੀ ਲਾਂਗਾ ਕਿਸੇ ਨਾ ਕਿਸੇ ਢੰਗ ਨਾਲ ਬੰਦੇ ਨੂੰ ਠੀਕ। ਉਹਦੀ ਕਦੀ ਅਰਦਾਸ ਨਹੀਂ ਸੁਣੀ ਜਾਂਦੀ, ਕਿਉਂਕਿ ਅਰਦਾਸ ਹੋਈ ਨਹੀਂ ਉੱਥੇ, ਕਿਉਂਕਿ ਉਹ ਤਾਂ ਕੋਈ ਹੋਰ ਭਰੋਸਾ ਲੈ ਕੇ ਅੰਦਰ ਸੁਰਤ 'ਚ ਬੈਠਾ ਹੋਇਆ। ਸੁਰਤ ਦੇ ਅੰਦਰ ਕਿਤੇ ਹੋਰ ਗੱਲਾਂ ਚੱਲ ਰਹੀਆਂ ਨੇ ਜੀਵਨ 'ਚ। ਪੂਰਨ ਤੌਰ ਤੋਂ ਯਕੀਨ ਨਹੀਂ, ਰੱਬ ਦੇ ਉੱਤੇ ਪੂਰਾ ਭਰੋਸਾ ਨਹੀਂ। ਉਹ ਹੋਰ ਆਸਰਿਆਂ ਤੋਂ ਨਿਰਾਸਰਾ ਨਹੀਂ ਹੋਇਆ, ਕਿਉਂਕਿ ਹੋਰ ਆਸਰੇ ਉਸਨੇ ਜੀਵਨ 'ਚ ਰੱਖੇ ਹੋਏ ਨੇ। ਔਰ ਗੁਰਬਾਣੀ ਕਹਿੰਦੀ ਹੈ, ਤੂੰ ਸਾਰੇ ਆਸਰੇ ਛੱਡ ਦੇ, ਤਰ ਜੀਅਰ ਇੱਕ ਟੇਕ ਤੂੰ, ਲਾਹਾ ਬਣਾਣੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇਂ ਰਾਸ। ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਸ ਰੱਖ, ਪਰਮੇਸ਼ਰ ਦੀ ਆਸ ਰੱਖ। ਤੇ ਅਰਦਾਸ ਕਦੋਂ ਹੁੰਦੀ ਹੈ? ਜਦੋਂ ਸਾਰੇ ਆਸਰੇ ਮੁੱਕ ਜਾਣ। ਹੁਣ ਕਿਸੇ ਨੇ ਮੇਰੇ ਕੰਮ ਨਹੀਂ ਆਉਣਾ, ਹੁਣ ਮੈਨੂੰ ਕੋਈ ਇਸ ਦੁਬਿਧਾ ਵਿੱਚੋਂ, ਇਸ ਦੁੱਖ ਵਿੱਚੋਂ ਨਹੀਂ ਬਚਾ ਸਕਦਾ। ਕੇਵਲ ਮੇਰਾ ਸਤਿਗੁਰ ਹੈ, ਉਹ ਅਕਾਲ ਪੁਰਖ ਵਾਹਿਗੁਰੂ। ਉਸ ਤੋਂ ਬਿਨਾਂ ਹੋਰ ਕੋਈ ਦੂਜਾ ਜਦੋਂ ਨਜ਼ਰ ਨਾ ਆਵੇ ਨਾ, ਫਿਰ ਸਮਝ ਲੈਣਾ ਕਿ ਉਸਨੇ ਤੁਹਾਡੀ ਬਾਹਾਂ ਫੜ ਲੈਣੀ ਹੈ, ਫਿਰ ਉਸਨੇ ਕਿਰਪਾ ਕਰ ਦੇਣੀ, ਉਸਨੇ ਦੇਖਣਾ ਹੈ। ਕਿਉਂਕਿ ਹੁਣ
ਇਹ ਸਾਰੇ ਆਸਰੇ ਛੱਡ ਕੇ ਮੇਰੇ ਕੋਲ ਆ ਗਏ। ਆਪਾਂ ਰੋਜ਼ ਪੜ੍ਹਦੇ ਹਾਂ, ਸਗਲ ਦੁਆਰ ਕੋ ਛਾੜ ਕੇ ਗਏਹੋ ਤੁਹਾਰੋ ਦੁਆਰ, ਵਾਹਾਂ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਇੱਕ ਬੇਨਤੀ ਕਰਾਂ, ਸਿੱਖ ਦਾ ਤੇ ਗੁਰੂ ਦਾ ਨਾਤਾ ਹੀ ਇਹ ਹੈ। ਸਿੱਖ ਅਸਲ 'ਚ ਹੈ ਹੀ ਉਹ ਜਿਹੜਾ ਕਹਿੰਦਾ ਮੈਂ ਸਾਰੇ ਦੁਆਰ ਛੱਡ ਕੇ ਨਾ, ਹੇ ਸੱਚੇ ਪਾਤਸ਼ਾਹ ਤੇਰੇ ਕੋਲ ਆ ਗਿਆ। ਤੇ ਸਿੱਖ ਵੀ ਇਹ ਗੱਲ ਦੇਖਦਾ, ਗੁਰੂ ਵੀ ਚੈੱਕ ਕਰਦਾ ਵੀ ਸਿੱਖ ਦੀ ਜੀਵਨ 'ਚ ਇਦਾਂ ਦੀ ਗੱਲ ਹੋਈ, ਜਿਹੜੀ ਗੱਲ ਇਹ ਬੋਲ ਰਿਹਾ ਵੀ ਸਾਰੇ ਦੁਆਰ ਛੱਡ ਕੇ ਤੇਰੇ ਕੋਲ ਆਇਆ। ਗੁਰੂ ਵੀ ਆਪਣੇ ਸਿੱਖ ਨੂੰ ਚੈੱਕ ਕਰਦਾ ਹੈ। ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ, ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਐਡਾ ਦਾ ਭਰੋਸਾ ਸਿੱਖ ਦਾ ਹੋਵੇ, ਮਹਾਰਾਜ ਕਿਸੇ ਦਾ ਕੋਈ ਹੋਰ ਆਸਰਾ ਹੋ ਸਕਦਾ ਹੈ, ਕਿਸੇ ਦਾ ਕੋਈ ਹੋਰ ਸਹਾਰਾ ਹੋ ਸਕਦਾ ਹੈ, ਪਰ ਮੈਂ ਨਿਮਾਣੀ ਜਿੰਦ ਦਾ ਆਸਰਾ ਹੈ ਅਕਾਲ ਪੁਰਖ ਵਾਹਿਗੁਰੂ ਕੇਵਲ ਤੂੰ ਹੈ, ਮੇਰਾ ਕੋਈ ਹੋਰ ਸਹਾਰਾ ਨਹੀਂ। ਪਰ ਇਹ ਬਿਰਤੀ ਬਣਾਉਣੀ, ਇਹ ਪਰਪਗਤਾ ਲਿਆਣੀ, ਇਹ ਤਾਂ ਭਾਈ ਲਹਿਣਾ ਜੀ ਦੀ ਜ਼ਿੰਦਗੀ ਵਿੱਚੋਂ ਸਿੱਖੀ ਜਾ ਸਕਦੀ ਹੈ। ਐਡਾ ਦਾ ਭਰੋਸਾ ਜਿਹੜਾ ਹੈ ਉਹਨਾਂ ਦੀ ਜ਼ਿੰਦਗੀ ਵਿੱਚੋਂ ਲਿਆ ਜਾ ਸਕਦਾ ਹੈ। ਵੀ ਕਿੰਨਾ ਕੁ ਭਰੋਸਾ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਹੋਏਗਾ ਜਦੋਂ ਕਹਿ ਦਿੱਤਾ ਵੀ ਕਿਸੇ ਦਾ ਕੋਈ ਹੋਰ ਆਸਰਾ ਹੋ ਸਕਦਾ, ਕਿਸੇ ਦਾ ਕੋਈ ਸਹਾਰਾ ਹੋ ਸਕਦਾ ਹੈ, ਪਰ ਮੈਂ ਨਿਮਾਣੀ ਦਾ ਜਿੰਦ ਦਾ ਆਸਰਾ ਹੈ ਗੁਰੂ ਨਾਨਕ ਪਾਤਸ਼ਾਹ ਤੂੰ ਹੈ। ਤੇ ਨਾਲ ਕਹਿਣ ਲੱਗੇ, ਕਿਉਂ ਨਾ ਮਰੀ ਜੈ ਰੋਏ, ਕਹਿੰਦੇ ਮੈਂ ਰੋ ਰੋ ਕੇ ਮਰ ਕਿਉਂ ਨਾ ਜਾਵਾਂ, ਜੋ ਜਬ ਲਗ ਚਿਤ ਨਾ ਆਵੇ, ਜਦੋਂ ਤੱਕ ਤੂੰ ਚੇਤੇ ਨਾ ਆਏ। ਪਾਓ ਕਿ ਤੂੰ ਚੇਤੇ ਨਾ ਆਏ, ਮੈਂ ਰੋ ਰੋ ਕੇ ਫੁੱਟ ਫੁੱਟ ਕੇ ਮਰ ਕਿਉਂ ਨਾ ਜਾਵਾਂ, ਜੇ ਤੂੰ ਮੈਨੂੰ ਕਿਤੇ ਭੁੱਲ ਜਾਏ। ਹੁਣ ਐਸਾ ਭਰੋਸਾ ਜਿਹੜਾ ਉਹ ਭਗਤ ਨਾਮਦੇਵ ਜੀ ਦਾ ਹੈ, ਔਰ ਇਤਨੇ ਨਿਮਰਤਾ ਭਾਵ ਦੇ ਵਿੱਚ ਅਰਦਾਸ ਕਰ ਰਹੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਅਣਜਾਣ ਹਾਂ, ਮੈਨੂੰ ਤਰਨਾ ਨਹੀਂ ਆਉਂਦਾ, ਮੈਨੂੰ ਕੋਈ ਗਿਆਨ ਨਹੀਂ, ਮੈਨੂੰ ਕੋਈ ਸਮਝ ਨਹੀਂ। ਗੁਰੂ ਰਾਮਦਾਸ ਮਹਾਰਾਜ ਲਿਖਦੇ ਬਾਣੀ 'ਚ ਕਹਿੰਦੇ, ਗੁਰੂ ਦੇ ਦਰ 'ਤੇ ਆ ਕੇ ਇਹ ਗੱਲ ਆਖਿਆ ਕਰ ਸੱਚੇ ਪਾਤਸ਼ਾਹ, ਆਪਣੇ ਮਨ ਨੂੰ ਸਮਝਾਇਆ ਕਰ। ਕਹਿੰਦੇ ਮਨ ਜੇ ਹੋ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। ਮਨ ਨੂੰ ਕਿਹਾ ਕਰ, ਹੇ ਮਨ ਜੇ ਤੂੰ ਕੁਝ ਜਾਣਦਾ ਹੈ ਨਾ, ਤਾਂ ਗੁਰੂ ਦੇ ਸਨਮੁਖ ਹੋ ਕੇ ਨਿਮਾਣਾ ਹੋ ਜਾ। ਜੇ ਤੈਨੂੰ ਕੋਈ ਸਮਝ ਆ ਗਈ ਨਾ ਜੀਵਨ ਦੀ, ਤਾਂ ਜਦੋਂ ਗੁਰੂ ਦੇ ਦਰ 'ਤੇ ਆਵੇਂ ਨਾ, ਨਿਮਾਣਾ ਬਣ ਕੇ ਆਈ, ਸੱਚੇ ਪਾਤਸ਼ਾਹ ਮੈਨੂੰ ਕੋਈ ਪਤਾ ਨਹੀਂ ਜੀਵਨ ਦਾ, ਮੈਨੂੰ ਕੋਈ ਜਾਣਕਾਰੀ ਨਹੀਂ, ਮੈਨੂੰ ਕੋਈ ਸਮਝ ਨਹੀਂ। ਜੇ ਗੁਰੂ ਨੂੰ ਵੀ ਆ ਕੇ ਕਹੀ ਜਾ, ਮਹਾਰਾਜ ਮੈਨੂੰ ਤਾਂ ਸਭ ਕੁਝ ਪਤਾ ਹੈ, ਮੈਨੂੰ ਤਾਂ ਸਾਰੀ ਜਾਣਕਾਰੀ ਹੈ। ਨਹੀਂ ਪਿਆਰਿਓ, ਇੱਥੇ ਨਿਮਾਣਾ ਬਣ ਕੇ ਆਈਏ। ਜਿਵੇਂ ਭਗਤ ਨਾਮਦੇਵ ਜੀ ਕਹਿ ਰਹੇ ਨੇ, ਕਹਿੰਦੇ ਮੈਂ ਅਜਾਨ ਜਨ ਤਰਵੇ ਨਾ ਜਾਨੂ, ਬਾਪ ਬੀਠਲਾ ਬਾਹਾਂ ਦੇ। ਹੇ ਮੇਰੇ ਪ੍ਰਭੂ ਪਿਤਾ, ਮੈਨੂੰ ਆਪਣੀ ਬਾਂਹ ਫੜਾ, ਮੈਂ ਅਣਜਾਣ ਸੇਵਕ ਹਾਂ, ਮੈਨੂੰ ਤਰਨਾ ਨਹੀਂ ਆਉਂਦਾ। ਅਗਲੇ ਵਚਨ ਕੀਤੇ, ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿੱਖ ਲਾਈ। ਆਖਣ ਲਗੇ, ਹੇ ਬੀਠਲ ਪਿਤਾ, ਮੈਨੂੰ ਵੀ ਗੁਰੂ ਮਿਲਾ, ਕਿਉਂਕਿ ਗੁਰੂ ਤੋਂ ਬਿਨਾਂ ਜ਼ਿੰਦਗੀ ਦੇ ਇਹ ਗੁੱਝੇ ਭੇਦ ਜਿਹੜੇ ਨੇ ਨਾ, ਇਹ ਸਮਝ ਨਹੀਂ ਆਣੇ। ਗੁਰੂ ਹੀ ਅਸਲ ਮਾਨੇ ਵੀ ਸਾਨੂੰ ਦੱਸੇਗਾ ਵੀ ਸਾਡੇ ਜੀਵਨ 'ਚ ਕੀ ਕੁਛ ਚੱਲ ਰਿਹਾ, ਕਿਹੜੀ ਉਲਝਣਾਂ 'ਚ ਅਸੀਂ ਫਸੇ ਹੋਏ ਹਾਂ, ਕਿੱਥੇ ਕਿ ਸਾਡਾ ਮਨ ਟਿਕਿਆ ਹੋਇਆ। ਅਸੀਂ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਨੀ, ਜਿਵੇਂ ਭਗਤ ਨਾਮਦੇਵ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਮੇਰੇ ਬੀਠਲ, ਮੈਨੂੰ ਗੁਰੂ ਮਿਲਾ। ਕਿਉਂਕਿ ਗੁਰੂ ਤੋਂ ਮਿਲੀ ਜਿਹੜੀ ਮਤ ਦੀ ਬਰਕਤ ਨਾਲ, ਕਹਿੰਦੇ ਅੱਖ ਦੇ ਫੋਰ ਵਿੱਚ ਮਨੁੱਖ ਤੋਂ ਦੇਵਤਾ ਬਣ ਜਾਈਦਾ। ਸੁਰ ਤੇ ਸੁਰ ਦਾ ਅਰਥ ਨਰ ਤੇ ਸੁਰ, ਨਰ ਦਾ ਅਰਥ ਮਨੁੱਖ, ਸੁਰ ਦਾ ਅਰਥ ਦੇਵਤਾ। ਪਰ ਇੱਥੇ ਦੇਵਤਾ ਉਹ ਨਹੀਂ ਜਿਹੜਾ ਅਸੀਂ ਸੀਰੀਅਲ ਵਿੱਚ ਦੇਖਦੇ ਹਾਂ, ਟੀਵੀਆਂ ਵਿੱਚ ਵੇਖਦੇ ਹਾਂ ਵੀ ਸੋਨੇ ਦੇ ਸਿੰਘਾਸਨ 'ਤੇ ਬੈਠਾ, ਸੋਨੇ ਦੇ ਜਿਹੜਾ ਰਥ ਦੇ ਉੱਤੇ ਅਸਵਾਰੀ ਕਰ ਰਿਹਾ, ਉਹ ਦੇਵਤੇ ਨਹੀਂ। ਇੱਥੇ ਦੇਵਤਾ ਹੈ ਜਿਹਦੇ ਵਿੱਚ ਜੀਵਨ ਵਿੱਚ ਦੈਵਿਕ ਗੁਣ ਹਨ, ਜਿਹਦੇ ਜੀਵਨ ਵਿੱਚ ਸ਼ੁਭ ਗੁਣ ਹਨ, ਜਿਹਦੇ ਜੀਵਨ ਵਿੱਚ ਚੰਗਿਆਈਆਂ ਹਨ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦੇ ਬਚਨ, ਬਲਿਹਾਰੀ ਗੁਰ ਆਪਣੇ ਦੇਹੁਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਗੁਰੂ ਇੱਕ ਖਿੰਦੇ ਅੰਦਰ ਅੱਖ ਦੇ ਫੋਰ ਦੇ ਵਿੱਚ, ਅੱਖ ਚਿਮਕਣ ਜਿੰਨੇ ਸਮੇਂ ਵਿੱਚ ਮਨੁੱਖ ਨੂੰ ਦੇਵਤਾ ਬਣਾ ਸਕਦਾ, ਪਾਓ ਕਿ ਦੈਵਿਕ ਗੁਣਾਂ ਨਾਲ ਭਰ ਸਕਦਾ। ਦੇਖੋ ਇਤਨੀ ਗੱਲ ਆਖੀ ਸੀ ਜਦੋਂ ਵਿਧੀ ਚੰਦ ਜੀ ਆਏ ਨਾ, ਚੋਰੀ ਕਰਕੇ ਆਏ ਸਨ, ਸਾਰਾ ਨਗਰ ਪਿੱਛੇ ਪੈ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦਰਬਾਰ ਸਜਿਆ ਸੀ,
ਤਰਨ ਤਾਰਨ ਸਾਹਿਬ ਦੀ ਇਹ ਘਟਨਾ ਹੈ। ਤੇ ਆ ਕੇ ਨਾ ਭੱਜ ਕੇ ਜਿੱਥੇ ਸੰਗਤ ਜੁੜੀ ਸੀ ਉੱਥੇ ਆ ਕੇ ਬੈਠ ਗਿਆ ਸੰਗਤ ਵਿੱਚ। ਜਿਨ੍ਹਾਂ ਦੀ ਚੋਰੀ ਕੀਤੀ ਸੀ ਭਾਈ ਵਿਧੀ ਚੰਦ ਨੇ, ਉਹਨਾਂ ਨੇ ਮਹਾਰਾਜ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਵੀ ਸਾਡਾ ਚੋਰ ਇੱਥੇ ਆਇਆ। ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿੰਦੇ ਵੇਖ ਲਓ, ਪਰ ਇਹ ਚੋਰਾਂ ਦੀ ਸੰਗਤ ਨਹੀਂ, ਇਹ ਤੇ ਸਾਧ ਸੰਗਤ ਹੈ। ਇੱਥੇ ਸਾਰੇ ਸੰਤ ਨੇ, ਇੱਥੇ ਸਾਰੇ ਸਾਧ ਨੇ। ਉਹਨਾਂ ਨੇ ਜੀ ਦੇਖਿਆ, ਚੈੱਕ ਕੀਤਾ, ਪਰ ਪਹਿਚਾਣ ਨਹੀਂ ਪਈ ਵੀ ਚੋਰ ਕਿਹੜਾ। ਜਦੋਂ ਉਹ ਚਲੇ ਗਏ ਤੇ ਭਾਈ ਵਿਧੀ ਚੰਦ ਗੁਰੂ ਸਾਹਿਬ ਜੀ ਦੇ ਅੱਗੇ ਖੜ ਕੇ ਕਹਿੰਦਾ, ਮਹਾਰਾਜ ਮੇਰੇ ਵਰਗੇ ਚੋਰ ਨੂੰ ਤੁਸੀਂ ਸਾਧ ਬਣਾ ਦਿੱਤਾ। ਹੁਣ ਜੇ ਤੁਸੀਂ ਸਾਧ ਕਹਿ ਹੀ ਦਿੱਤਾ ਤੇ ਮੈਨੂੰ ਸਾਧ ਬਣਾ ਦਿਓ। ਮੈਂ ਹਾਂ ਚੋਰੀ ਮੈਂ ਕੀਤੀ ਸੀ, ਪਰ ਤੁਸੀਂ ਕਿਹਾ ਇਹ ਚੋਰਾਂ ਦੀ ਸੰਗਤ ਨਹੀਂ, ਇਹ ਸਾਧ ਸੰਗਤ ਹੈ। ਤੇ ਹੁਣ ਮੇਰੇ ਉੱਤੇ ਕਿਰਪਾ ਕਰ ਦਿਓ, ਮੇਰੇ ਤੇ ਤਰਸ ਕਰੋ ਕਿ ਮੈਨੂੰ ਸਾਧ ਬਣਾ ਦਿਓ। ਮੈਂ ਹੁਣ ਚੋਰੀ ਨਹੀਂ ਕਰਨਾ ਚਾਹੁੰਦਾ। ਭਾਈ ਵਿਧੀ ਚੰਦ ਦੇ ਉੱਤੇ ਇੱਕ ਨਿਮਖ ਦੇ ਵਿੱਚ ਗੁਰੂ ਨੇ ਦੇਖੋ ਐਸੀ ਕਿਰਪਾ ਕੀਤੀ, ਇੱਕ ਅੱਖਰ ਨੇ ਜ਼ਿੰਦਗੀ ਬਦਲ ਦਿੱਤੀ। ਅੰਦਰ ਇੱਕ ਜਿਗਿਆਸਾ ਪੈਦਾ ਹੋ ਗਈ, ਜਿਸ ਗੁਰੂ ਦੀ ਸੰਗਤ 'ਚ ਬੈਠਾ ਮੈਂ ਹਾਂ ਚੋਰ, ਪਰ ਗੁਰੂ ਨੇ ਮੈਨੂੰ ਸਾਧ ਕਿਹਾ। ਇੱਥੇ ਕੋਈ ਚੋਰ ਨਹੀਂ ਹੈ, ਇੱਥੇ ਸਾਰੇ ਸਾਧ ਨੇ, ਇੱਥੇ ਸਤਸੰਗੀ ਨੇ ਸਾਰੇ। ਮੈਨੂੰ ਸਤਸੰਗੀ ਦੀ ਉਪਾਧੀ ਦੇ ਦਿੱਤੀ, ਪਰ ਮੈਂ ਸਤਸੰਗੀ ਬਣਿਆ ਨਹੀਂ। ਅਦਰ ਬਸ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਵੀ ਮੈਂ ਹੁਣ ਸਤਸੰਗੀ ਬਣਨਾ, ਮੈਂ ਸਾਧ ਸੰਗਤ ਕਰਨੀ ਹੈ। ਹੁਣ ਮੈਂ ਉਹ ਕਰਮ ਛੱਡ ਦੇਣੇ ਨੇ ਜਿਨ੍ਹਾਂ ਦੇ ਨਾਲ ਦੁੱਖ ਝਮੇਲੇ ਲੋਕ ਮੇਰੇ ਪਿੱਛੇ ਦੌੜਦੇ ਨੇ। ਉਹ ਕੰਮ ਕਰਨਾ ਹੈ ਜਿਹੜਾ ਕੰਮ ਹੁਣ ਰੱਬ ਦੀ ਦਰਗਾਹ ਤੱਕ ਲੈ ਕੇ ਜਾਏ। ਇੱਕ ਮੈਂ ਬੇਨਤੀ ਕਰਾਂ, ਭਾਈ ਵਿਧੀ ਚੰਦ ਬੜਾ ਐਕਸਪਰਟ ਸੀ ਚੋਰੀ ਕਰਨ 'ਚ, ਪਰ ਕਬੀਰ ਸਾਹਿਬ ਦਾ ਜਿਹੜਾ ਬਚਨ ਹੈ ਨਾ, ਕਬੀਰ ਲੂਟਣਾ ਹੈ ਤਾਂ ਲੂਟ ਲੋ, ਰਾਮ ਨਾਮ ਹੈ ਲੂਟ। ਪਹਿਲਾਂ ਵੀ ਲੁੱਟਾਂ ਕਰਦਾ ਸੀ, ਪਰ ਹੁਣ ਰਾਮ ਦਾ ਨੂੰ ਲੁੱਟਦਾ। ਹੁਣ ਗੁਰੂ ਦੇ ਕੋਲੋਂ ਗੁਰਬਾਣੀ ਜਾਚ ਸਿੱਖਦਾ, ਜੀਵਨ ਜਾਚ ਸਿੱਖਦਾ, ਔਰ ਇੱਕ ਬਚਨ ਨੇ ਜੀਵਨ ਨੂੰ ਤਬਦੀਲ ਕਰ ਦਿੱਤਾ। ਇਸ ਤਰ੍ਹਾਂ ਦੀਆਂ ਸਿੱਖ ਇਤਿਹਾਸ ਵਿੱਚ ਇੱਕ ਨਹੀਂ ਅਨੇਕਾਂ ਘਟਨਾਵਾਂ ਹਨ ਜਦੋਂ ਇੱਕ ਅੱਖਰ ਗੁਰੂ ਕਾ ਸੁਣ ਕੇ ਜੀਵਨ ਚੇਂਜ ਹੋ ਗਿਆ। ਠੱਗ ਤੋਂ ਸੱਜਣ ਬਣ ਗਏ, ਊਮਿਆਂ ਵਰਗੇ ਚੋਰਾਂ ਦੀ ਜ਼ਿੰਦਗੀ ਬਦਲ ਗਈ, ਕਲਯੁਗੀ ਪਾਂਡੇ ਵਰਗੇ ਚੇਂਜ ਹੋ ਗਏ, ਹਮਜਾ ਗੋਂਸ ਵਰਗੇ ਚੇਂਜ ਹੋ ਗਏ, ਬਲੀ ਗੰਧਾਰੀ ਵਰਗਿਆਂ ਦਾ ਮਾਣ ਟੁੱਟ ਗਿਆ। ਇੱਕ ਸ਼ਬਦ ਨੇ, ਗੁਰੂ ਕੇ ਇੱਕ ਬੋਲ ਨੇ। ਇਹ ਤੇ ਕੁਝ ਖਾਸ ਘਟਨਾਵਾਂ ਵਰਤੀਆਂ। ਕਦੀ ਵਿਚਾਰ ਕਰਕੇ ਵੇਖੋ, ਗੁਰੂ ਨਾਨਕ ਪਾਤਸ਼ਾਹ ਨੇ ਇਤਨਾ ਲੰਬਾ ਪੈਂਡਾ ਤੈਅ ਕੀਤਾ ਹੈ, ਪਤਾ ਨਹੀਂ ਕਿਤਨਾ ਦੇ ਉੱਤੇ ਮੇਰੇ ਗੁਰੂ ਨਾਨਕ ਨੇ ਕਿਰਪਾ ਕੀਤੀ ਹੋਣੀ। ਇਹ ਤੇ ਕੁਝ ਚੰਦ ਘਟਨਾਵਾਂ ਦਾ ਜ਼ਿਕਰ ਹੈ ਇਤਿਹਾਸ ਦੇ ਅੰਦਰ, ਖਾਸ ਘਟਨਾਵਾਂ ਜੋ ਵਾਪਰਦੀਆਂ। ਪਰ ਜਿਸ ਨਗਰ 'ਚ ਗਏ, ਜਿਸ ਥਾਂ 'ਤੇ ਗਏ, ਕਿਤਨੇ ਲੋਕਾਂ ਦਾ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸ਼ਬਦ ਦੇ ਰਾਹੀਂ ਭਲਾ ਕੀਤਾ। ਇਹ ਵੀ ਗੁਰੂ ਨਾਨਕ ਦੇ ਘਰ ਦੀ ਵੱਡੀ ਵਡਿਆਈ ਹੈ ਕਿ ਤੁਸੀਂ ਅਗਲੇ ਨੂੰ ਕਿਸ ਢੰਗ ਦੇ ਨਾਲ ਬੋਲਣਾ ਹੈ ਕਿ ਅਗਲੇ ਦਾ ਮਨ ਪਿਘਲ ਤੁਰੇ, ਗਲਤ ਕੰਮਾਂ ਤੋਂ ਚੰਗੇ ਕੰਮਾਂ ਵਾਲੇ ਪਾਸੇ ਆ ਜਾਏ। ਭਗਤ ਨਾਮਦੇਵ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਨਰਤੇ ਸੁਰ ਹੋਏ ਜਾਤ ਨਿਮਖ ਮੈਂ। ਕਹਿੰਦੇ ਜਦੋਂ ਤੂੰ ਗੁਰੂ ਮਿਲਾ ਦਿੰਦਾ ਨਾ, ਤੇ ਸਤਿਗੁਰ ਬੁੱਧ ਸਿਖਲਾਈ, ਜਦੋਂ ਸਤਿਗੁਰ ਦੀ ਬੁੱਧ ਜਿਹੜੀ ਹੈ ਕਿਸੇ ਨੂੰ ਮਿਲ ਜਾਂਦੀ ਹੈ, ਜਦੋਂ ਤੂੰ ਸਤਿਗੁਰ ਦੀ ਬੁੱਧ ਰਾਹੀਂ ਕਿਸੇ ਨੂੰ ਗਿਆਨ ਦੇ ਦਿੰਦਾ ਹੈ। ਅਕਾਲ ਪੁਰਖ ਨੇ ਗਿਆਨ ਡਾਇਰੈਕਟ ਨਹੀਂ ਦੇਣਾ, ਸਤਿਗੁਰ ਨਾਲ ਜੋੜ ਕੇ ਦੇਣਾ। ਇਹ ਗੱਲ ਯਾਦ ਰੱਖਿਓ, ਰੱਬ ਨੇ ਗਿਆਨ ਦੇਣਾ ਨਾ, ਇਸ ਨੂੰ ਮੈਂ ਇਸ ਤਰ੍ਹਾਂ ਕਹਿੰਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ, ਇਸ ਸੰਸਾਰ ਵਿੱਚ ਸਾਨੂੰ ਭੇਜਿਆ ਔਰ ਸਾਨੂੰ ਕਿਹਾ ਵੀ ਜਾਓ ਆਪਣੀ ਕਰਮਾਂ ਦੀ ਲਕੀਰਾਂ ਪਾਓ। ਤੇ ਅਸੀਂ ਕਰਮਾਂ ਦੀ ਲਕੀਰਾਂ ਵਾਹਣ ਵਾਸਤੇ ਸੰਸਾਰ 'ਚ ਆ ਗਏ। ਮੰਨ ਲਓ ਕਿ ਇੱਕ ਮਾਲਕ ਨੇ ਆਪਣੇ ਨੌਕਰ ਨੂੰ ਖੇਤ 'ਚ ਭੇਜਿਆ, ਉਹਨੂੰ ਕਿਹਾ ਵੀ ਜਾ ਖੇਤ ਵਿੱਚ ਜਾ ਕੇ ਨਾ ਵੱਟਾਂ ਪਾ ਕੇ ਆ। ਉਹ ਵੱਟਾਂ ਪਾ ਕੇ ਵਾਪਸ ਮਾਲਕ ਕੋਲ ਜਾਂਦਾ ਹੈ। ਮਾਲਕ ਪੁੱਛਦਾ ਕਿੱਦਾਂ ਪਾਈਆਂ? ਉਹ ਕਹਿੰਦਾ ਬਿਲਕੁਲ ਠੀਕ ਪਾਈਆਂ, ਭਾਵੇਂ ਉਹਨੇ ਵਿੰਗੀਆਂ ਟੇਡੀਆਂ ਪਾਈਆਂ ਹੋਣ। ਪਰ ਉਸ ਵੇਲੇ ਕੋਈ ਗਵਾਹੀ ਦੇਣ ਵਾਲਾ ਨਹੀਂ ਹੁੰਦਾ ਮਾਲਕ ਕੋਲ, ਜਿਹੜਾ ਨੌਕਰ ਦੇ ਬਾਰੇ ਦੱਸ ਸਕਦਾ ਹੋਵੇ। ਪਰ ਜੇ ਉਹ ਮਾਲਕ ਆਪਣੇ ਨੌਕਰ ਦੇ ਨਾਲ ਆਪਣਾ ਇੱਕ
ਉਹ ਬੰਦਾ ਜਿਹਦੇ ਤੇ ਮਾਲਕ ਵਿਸ਼ਵਾਸ ਕਰਦਾ, ਭਰੋਸਾ ਕਰਦਾ ਹੈ, ਤੇ ਉਸ ਨੂੰ ਨਾਲ ਭੇਜ ਦੇਵੇ ਵੀ ਜਾ, ਜਿੱਥੇ ਵੀ ਇਹ ਗਲਤ ਹੋਵੇ ਨਾ ਇਸ ਨੂੰ ਜਾ ਕੇ ਸਮਝਾਈ। ਤੇ ਉਹ ਕੀ ਕਰਦਾ, ਜਦੋਂ ਆਪਣੇ ਬੰਦੇ ਨੂੰ ਨਾਲ ਭੇਜਦਾ ਤੇ ਨੌਕਰ ਜਦੋਂ ਆਪਣੀ ਮਨਮਰਜ਼ੀ ਕਰਦਾ ਤੇ ਉਹ ਬੰਦਾ ਕਹਿੰਦਾ ਨਹੀਂ, ਮਾਲਕ ਨੇ ਇਸ ਤਰ੍ਹਾਂ ਵੱਟਾ ਪਾਉਣ ਵਾਸਤੇ ਕਿਹਾ ਸੀ। ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝਣਾ। ਉਸ ਵੇਲੇ ਜਦੋਂ ਉਹ ਮਾਲਕ ਪੁੱਛਦਾ ਨੌਕਰ ਕੋਲੋਂ 10 ਵੱਟਾਂ ਕਿਵੇਂ ਪਾਈਆਂ, ਇਹ ਕਹਿੰਦਾ ਮੈਂ ਠੀਕ ਪਾਈਆਂ। ਪਰ ਜਦੋਂ ਜਿਹੜਾ ਨਾਲ ਭੇਜਿਆ ਸੀ ਇਹਨੂੰ ਸਮਝਾਉਣ ਵਾਸਤੇ, ਗੁਰ ਦੇਣ ਵਾਸਤੇ, ਗਿਆਨ ਦੇਣ ਵਾਸਤੇ, ਸਿੱਖਿਆ ਦੇਣ ਵਾਸਤੇ, ਫਿਰ ਜੋ ਮਾਲਕ ਉਹਨੂੰ ਪੁੱਛਦਾ 10 ਇਹ ਕੰਮ ਕਿੱਦਾਂ ਦਾ ਕਰਾਂ, ਕਿ ਜਿੱਦਾਂ ਤੁਸੀਂ ਕਿਹਾ ਸੀ ਜੀ ਉੱਦਾਂ ਦਾ ਨਹੀਂ ਕਰਾਂ। ਮੈਂ ਸਮਝਾਇਆ ਬੜਾ, ਪਰ ਆਪਣੀ ਮਨਮਰਜ਼ੀ ਦੀਆਂ ਵਿੰਗੀਆਂ ਟੇਡੀਆਂ ਇਹ ਵੱਟਾਂ ਪਾ ਕੇ ਆ ਗਿਆ। ਇਹ ਗੱਲ ਜੀਵਨ 'ਚ ਯਾਦ ਰੱਖਿਓ। ਉਸ ਵੇਲੇ ਮਾਲਕ ਨੇ ਨੌਕਰ ਦੇ ਉਸ ਕਰਮ ਨੂੰ ਪ੍ਰਵਾਨ ਨਹੀਂ ਕਰਨਾ, ਉਹਦੀ ਸਜ਼ਾ ਦੇਣੀ ਹੈ। ਉਸ ਨੂੰ ਹੀ ਗੁਰੂ ਸਾਹਿਬ ਨੇ ਕਿਹਾ ਕਿ ਹੱਕ ਪਰਾਇਆ ਨਾਨਕਾ, ਉਸ ਸੁਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੈ ਜਾਂ, ਮੁਰਦਾਰ ਨਾ ਖਾਏ। ਇਹ ਗੱਲ ਯਾਦ ਰੱਖਿਓ। ਅਸੀਂ ਇਕੱਲੇ ਆਏ ਹੋਈਏ ਸੰਸਾਰ ਵਿੱਚ, ਗੁਰੂ ਨਾ ਹੋਵੇ ਨਾ ਤੇ ਅਸੀਂ ਕਹਿ ਸਕਦੇ ਅਸੀਂ ਚੰਗੇ ਕੰਮ ਕਰਕੇ ਆਏ ਹਾਂ। ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਸ਼ਬਦ ਗੁਰੂ ਵਿਚੋਲਾ ਬਣਾ ਕੇ ਭੇਜ ਦਿੱਤਾ, ਸਾਨੂੰ ਦੱਸਣ ਵਾਸਤੇ ਕਿੱਦਾਂ ਵੱਟਾਂ ਪਾਉਣੀਆਂ, ਕਿੱਦਾਂ ਦੇ ਕਰਮ ਕਰਨੇ ਹਨ। ਔਰ ਫਿਰ ਜੇ ਆਪਾਂ ਗੁਰੂ ਦੇ ਮੁਤਾਬਿਕ ਕਰਮ ਨਾ ਕਰੀਏ, ਰੱਬ ਨੂੰ ਕਹੀਏ ਅਸੀਂ ਸਹੀ ਕਰਮ ਕੀਤੇ ਨੇ, ਤਾਂ ਗੁਰੂ ਨੇ ਕਹਿਣਾ ਜਿਵੇਂ ਤੁਸੀਂ ਰੱਬ ਜੀ ਮੈਨੂੰ ਕਿਹਾ ਸੀ, ਮੈਨੂੰ ਸਮਝਾਇਆ ਸੀ ਬੰਦੇ ਨੂੰ, ਪਰ ਮੇਰੀ ਇੱਕ ਨਹੀਂ ਮੰਨੀ ਇਸਨੇ। ਫਿਰ ਗੁਰੂ ਪੀਰ ਨੇ ਹਾਮੀ ਕੋਈ ਨਹੀਂ ਜੇ ਭਰਨੀ। ਜੇ ਚਾਹੁੰਦੇ ਨੇ ਰੱਬ ਦੇ ਘਰ ਵਿੱਚ ਸਾਡੀ ਹਾਮੀ ਭਰੀ ਜਾਏ, ਫਿਰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਿਕ ਕਰਮ ਕਰੀਏ। ਜੇ ਚਾਹੁੰਦੇ ਵੀ ਸਾਡੀ ਹਾਮੀ ਭਰੀ ਜਾਏ, ਗੁਰੂ ਪੀਰ ਸਾਡੀ ਹਾਮੀ ਭਰੇ, ਸਾਡੇ ਹੱਕ ਵਿੱਚ ਖੜੇ। ਕਈ ਵਾਰੀ ਕੀ ਹੁੰਦਾ ਹੈ ਨਾ, ਜਿਹੜਾ ਬੰਦਾ ਮਾਲਕ ਨੇ ਭੇਜਿਆ, ਮੰਨ ਲਓ ਗੁਰੂ ਸੰਸਾਰ 'ਚ ਭੇਜਿਆ, ਗਿਆਨ ਸੰਸਾਰ ਵਿੱਚ ਭੇਜਿਆ, ਇਹ ਗਿਆਨ ਸਾਨੂੰ ਸਮਝਾ ਰਿਹਾ। ਪਰ ਕਈ ਵਾਰੀ ਕੀ ਹੋਇਆ ਕਿ ਅਸੀਂ ਹੋ ਸਕਦਾ ਪੂਰੇ 100% ਦੀ ਸਹੀ ਨਾ ਉਤਰੀਏ, ਪਰ ਗਿਆਨ ਦੇਣ ਵਾਲੇ ਉਸ ਗੁਰੂ ਦੀ ਨਜ਼ਰਾਂ ਵਿੱਚ ਅਸੀਂ ਚੰਗੇ ਬਣ ਜਾਈਏ। ਤਾਂ ਕਈ ਵਾਰੀ 2-4 ਕੁਝ ਗਲਤੀਆਂ ਨੂੰ ਉਹ ਸਾਡੀ ਲੁਕਾ ਵੀ ਲੈਂਦਾ। ਜਦੋਂ ਅਸੀਂ ਆਪਣੀ ਮਨਮਰਜ਼ੀ ਨਾ ਕਰੀਏ ਨਾ, ਗੁਰੂ ਮੁਤਾਬਿਕ ਤੁਰੀਏ ਸੰਸਾਰ 'ਚ, ਤਾਂ ਗੁਰੂ ਨੇ ਫਿਰ ਵੀ ਕਹਿ ਦੇਣਾ ਕੋਈ ਨਹੀਂ, ਗਲਤੀਆਂ ਤੇ ਕੀਤੀਆਂ ਨੇ ਪਰ ਫਿਰ ਵੀ ਠੀਕ ਹੀ ਕੀਤਾ ਕੰਮ, ਗੁਰੂ ਦੇ ਮੁਤਾਬਿਕ ਚੱਲਾਂਗੇ ਤਾਂ, ਜੇ ਗੁਰੂ ਨੂੰ ਪ੍ਰਸੰਨ ਕਰਨਾ। ਇਸ ਕਰਕੇ ਬਾਣੀ 'ਚ ਲਿਖਿਆ ਹੋਇਆ ਬਾਰ-ਬਾਰ ਕਿ ਗੁਰੂ ਨੂੰ ਪ੍ਰਸੰਨ ਕਰੋ, ਗੁਰੂ ਨੂੰ ਖੁਸ਼ ਕਰੋ। ਕਿਉਂਕਿ ਗੁਰੂ ਨੂੰ ਖੁਸ਼ ਕਰਨਾ ਕੀ ਹੈ, ਗੁਰੂ ਦੇ ਉਸ ਦਿੱਤੇ ਹੋਏ ਗਿਆਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਣਾ। ਤੇ ਗੁਰੂ ਕੀ ਕਰੇਗਾ, ਗੁਰੂ ਦੀ ਦਿੱਤੀ ਹੋਈ ਮੱਤ ਹੈ ਨਾ, ਸਾਨੂੰ ਇੱਕ ਨਿਮਖ ਦੇ ਵਿੱਚ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰ ਦੇਗੀ, ਸਾਨੂੰ ਦੇਵਤਾ ਬਣਾ ਦੇਗੀ। ਭਗਤ ਜੀ ਕਹਿੰਦੇ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ। ਤੇ ਆਖਣ ਲੱਗੇ ਨਰ ਤੇ ਉਪਜ ਸੁਰਗ ਕੋ ਜੀਤਿਓ, ਸੋ ਅਵਖਦ ਮੈਂ ਪਾਈ। ਆਖਣ ਲੱਗੇ ਹੇ ਪਿਤਾ, ਕਹਿੰਦੇ ਮਿਹਰ ਕਰ, ਮੈਂ ਵੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖ ਤੋਂ ਜੰਮ ਕੇ ਔਰ ਮਨੁੱਖ ਜਾਤੀ ਵਿੱਚੋਂ ਹੋ ਕੇ ਸਵਰਗ ਨੂੰ ਜਿੱਤਿਆ ਜਾ ਸਕੇ। ਔਰ ਸਵਰਗ ਦੀ ਪਰਵਾਹ ਨਾ ਰਹਿੰਦੀ ਹੋ, ਜਿੱਥੇ ਸਵਰਗ ਨੂੰ ਜਿੱਤਣਾ ਕੀ ਹੈ, ਜਿੱਥੇ ਸਵਰਗ ਦੀ ਪਰਵਾਹ ਖਤਮ ਹੋ ਗਈ। ਵੈਸੇ ਤਾਂ ਗੁਰਬਾਣੀ ਵਿੱਚ ਜਿਹੜਾ ਸਵਰਗ ਹੈ ਨਾ, ਉਹ ਕੀ ਹੈ, ਕਿਉਂਕਿ ਜਿਹੜਾ ਸਵਰਗ ਗੁਰੂ ਪੁਰਾਣ ਦੇ ਅੰਦਰ ਲਿਖਿਆ ਉਹ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਉਸ ਨੂੰ ਤੇ ਸਾਨੂੰ ਕਿਹਾ ਕਿ ਕਵਨ ਨਰਕ ਕਿਆ ਸਵਰਗ ਵਿਚਾਰਾ, ਸੰਤਨ ਦੋ ਰਾਧੇ ਹਮ ਕਾਹੂ ਕੀ ਕਾਨ ਨਾ ਕਰਤੇ ਆਪਣੇ ਗੁਰ ਪ੍ਰਸਾਦੇ। ਪਰ ਗੁਰਮਤ ਦਾ ਸਵਰਗ ਕੀ ਹੈ, ਕਦੀ ਵਿਚਾਰ ਕੀਤੀ ਹੈ? ਗੁਰਮਤ ਕਹਿੰਦੀ ਹੈ ਜਦੋਂ ਤੇਰੀ ਸੁਰਤ ਇਸ ਸੱਚੇ ਗਿਆਨ ਦੇ ਨਾਲ ਆਪਣੇ ਆਪ ਨੂੰ ਢਾਲ ਲਵੇ, ਇਹ ਸੱਚਾ ਗਿਆਨ ਤੇਰੇ ਜੀਵਨ ਵਿੱਚ ਆ ਜਾਏ, ਤੂੰ ਸਬਰ ਸੰਤੋਖੀ ਸੰਜਮੀ ਹੋ ਜਾਵੇਂ, ਉਸ ਵੇਲੇ ਸਮਝ ਲੈ ਤੂੰ ਸਵਰਗ ਵਿੱਚ ਰਹਿ ਰਿਹਾ। ਜੇ ਤੇਰੇ ਜੀਵਨ 'ਚ ਸੰਤੋਖ ਆ ਗਿਆ, ਸਬਰ ਆ ਗਿਆ, ਤੇਰੇ ਜੀਵਨ ਵਿੱਚ ਟਿਕਾਓ ਆ ਗਿਆ, ਤੇਰੀ ਮਤ ਜਿਹੜੀ ਹੈ ਵਿਕਾਰਾਂ ਤੋਂ ਆਜ਼ਾਦ ਹੋ ਗਈ, ਸਮਝ ਲੈ ਤੂੰ ਸਵਰਗ ਵਿੱਚ ਹੈ। ਗੁਰੂ ਨੇ ਇਹ ਸਵਰਗ ਦਿੱਤਾ ਸਾਨੂੰ। ਉਹ ਸਵਰਗ ਜਿਹੜਾ ਕਹਿੰਦੇ ਸਨ, ਉਸ ਨੂੰ ਤੇ ਕਿਹਾ ਕਿ ਸਵਰਗ ਵਾਸ ਨਾ ਵਾਸੀਏ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਏ ਹੈ, ਮਨ ਨਾ ਕੀਜੈ ਆਸ। ਜੋ ਹੋਣਾ ਉਹ ਹੋ ਕੇ ਰਹਿਣਾ, ਮਨ ਵਿੱਚ ਆਸ ਨਾ ਕਰ, ਸਵਰਗ ਦੀ ਇੱਛਾ ਨਾ ਰੱਖ। ਉਹ ਨਰਕਾਂ ਤੋਂ ਡਰਨਾ ਵੀ ਕੋਈ ਨਹੀਂ, ਕਰਮਾਂ ਤੋਂ ਡਰਨਾ ਵੀ, ਕੋਈ ਕਰਮ ਐਸਾ ਨਾ ਹੋਵੇ ਜਿਸ ਨਾਲ ਦੁੱਖ ਪ੍ਰਾਪਤ ਹੋਵੇ। ਅਸੀਂ ਨਰਕ ਸਵਰਗਾਂ ਤੋਂ ਡਰਦੇ ਹਾਂ, ਪਰ ਜਿਹੜੇ ਕਰਮ ਨੇ ਉਸ ਵੇਲੇ ਧਿਆਨ ਨਹੀਂ ਰੱਖਦੇ ਵੀ ਇਹ ਕਰਮ ਕਰਕੇ ਕੱਲ੍ਹ ਨੂੰ ਰਿਜ਼ਲਟ ਕੀ ਹੋਣਾ ਇਹਦਾ।
क्योंकि निवेड़ा तो कर्मां दा है ना। कोई कर्म अज कीता, एक गल जीवन च याद रखियो, कल नूं वो कर्म सानू तंग करेगा। कई बार असीं संसार विच परिवार विच रहिंदे होए कई बार ऐसे कर्म कर बैठते हैं जिहड़े पूरी जिंदगी सानू थां थां ते दुखी करते हैं। इस करके गुरबाणी अपने कर्म करन वेले सुचेत होने की प्रेरणा करती है। परिवार दे विच वो कर्म जिहड़ा कर्म एक मर्यादा तो उल्ट है, वो पूरी जिंदगी तुहानू कंडे दे वांग चुभेगा। जदों भी तुसी उस वो गल करोगे, उस वेले अगले ने गल करनी, तेरा तो जीवन ये है, तू किहड़ी गल करन लग्या। एक अपराध, एक गलती पूरी जिंदगी सानू दुख देगी। इस करके गुरबाणी ने यह फैसला दे दिता कि अपने जीवन जिंदगी के अंदर कर्म सुचेत होकर करने हैं। क्योंकि जित सेविए सुख पाइए, सो साहिब सदा संभालिए। जित कीता पाइए आपना सा घाल, बुरी क्यों कहालिए। मन दा मूल ना कीचे दे लंबी, नदर निहालिए। जो साहिब नाल ना हारिए, ते बेहा पासा ढालिए। किस लाहे ऊपर कहालिए। सुचेत होकर कर्म करने हैं। गुरु साहब कहते ना नरकां की इच्छा रखी, स्वर्गां की इच्छा रखी, ना नरकां का डर। कर्म कर, जो होना है कोई नहीं, वो होना ही है। मन में कोई आस ना रख। ये गारंटी नाल नहीं कहा जा सकता कि मेरी जिंदगी जी उस दे विच कोई उलझन नहीं आएगी, कोई दुख नहीं आएगी। अज मैं सुखी हाँ तो कल नूं दुख नहीं आएगा, ये आख्या नहीं जा सकता। ये गल जीवन च याद रखियो। कोई भी बंदा गारंटी नाल नहीं कह सकता भी अज मेरे को सारे सुख साधन ने तो कल मेरे को होणगे, ये किसी नूं नहीं पता। इस करके भगत जी सानू गल्लां समझा रहे ने। कहने नर ते उपज स्वर्ग को जीत्यो, सो अवखद मैं पाई। कहते वो दवाई जी मेहर कर, मैं वो दवाई हासिल कर लवां जिस नाल मनुख तो जम के पाओ, मनुख जाति विचों जन्म लैके स्वर्ग नूं जित्या जा सके। पाओ स्वर्ग की लालसा जिहड़ी है वो मुक सके, स्वर्ग की कोई परवाह ना होवे। मैं स्वर्ग नूं ठुकरा सकता होवां, मैनूं कोई आखे कि मैनूं ये स्वर्ग देना। देखो साहिबजादा की जिंदगी वेखो, बाबा जोरावर सिंह, बाबा फतेह सिंह, उन्होंने कहा तुहानूं नवाबियां दित्तियां जाणगीआं, स्वर्ग सी, सुख सी, उहदे विच ठुकरा दिते। थानू सुंदर हुरा दिते जाएंगे, डोले दिते जाएंगे, थोड़ी मन मर्जी दे, वो ठुकरा दिते। थानू हर एक सत्कार मिलेगा, नवाबियां दे नाल होर सत्कार जो तुसी चाहोगे, मनमानियां कर सकते हो। पर उन्होंने वो मिलन वाले सारे स्वर्ग, सारे सत्कार वो ठुकरा के उन्होंने अपने आप नू सच नाल जोड़ के रखिया। तो होया कि अपने आप नू नीहां विच ते चिनवा लिया, पर वो स्वर्ग ठुकरा दिते क्योंकि उन्होंने परवाह नहीं सी साहिबजादा नूं। उन्होंने इस गल नूं अपने जीवन च पक्का कर लिया सी कि जाको हर रंग लागो इस युग में, सो कहियत है सूरा, आत्म जिने सगल वस्ताकै जाका सदगुर पूरा। अपना आप जित लिया सी, मन जीता, जगदीश की अवस्था ते चले गए सन, अपने मन नूं जित लिया। वो सोचते सन शायद इतनी छोटी उम्र ये संसार दीयां लालसावां दईए ते शायद डोल जाणगे। छोटे बच्चे ने, उन्होंने कोई मिठाई दो तो कई बार उस तो ही अपने प्यो का हाथ छड़ सकते हैं, माँ का हाथ छड़ सकते हैं, क्योंकि उत्थे मिठाई मिल रही है, कोई मिठी चीज़ मिल रही है। पर साहिबजादा की जिंदगी वेखो कि उन्होंने सारिया सुख सहूलतां दित्तियां गईयां, उन्होंने डरावे भी दिते गए कि थोड़े पिता जी नूं मार दिता सी, थोड़े भरा कतल कर दिते ने, असी थोड़े सिख सारे मारे गए ने, थोड़ा सारा परिवार खत्म कर दिता। कितनी अडोलता होएगी जीवन में। इतना बड़ा पहाड़ जिन्ना भी पिता नूं मार दिता, थोड़े भरावां नूं मार दिता, थोड़े सारे सिख मारे गए, हुण कोई नहीं बचिया। इरादे वेखो तुसी। असी होवांगे सच गल डोल जावांगे भी साडे नाल ये कुछ वापर गया, साडा परिवार चला गया, साडे कोल कुछ नहीं बचिया, साडे कोल अनंदपुर दा किला नहीं रहा, असी डोल जावांगे। पर उन्हां तो सानू ये प्रेरणा मिलती है कि असी अडोल जिंदगी जीनी है। इस करके भगत जी कहते ने हे अकाल पुरख वाहिगुरू, मैनू कोई स्वर्ग की भी परवाह ना होवे। फिर कहन लगे, कहते ने जहाँ जहाँ ध्रुव नारद टेके, नैक टिकावो मोहे। कहते जिथे जिथे जिस आत्मिक अवस्था विच ध्रुव ते नारद आओ कि ध्रुव ने 5 साल दे विच वो आत्मिक अवस्था प्राप्त कर ली, जिहड़ी आत्मिक अवस्था का जिक्रा
ਜਾਂ ਜਿਹੜੀ ਬੰਦਗੀ ਦੀ ਗੱਲ ਕਬੀਰ ਸਾਹਿਬ ਜੀ ਨੇ ਆਖੀ ਹੈ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਮੈਂ ਇਸ ਤਰ੍ਹਾਂ ਨਾਮ ਜਪਾ ਜਿਵੇਂ ਧਰੂ ਤੇ ਪ੍ਰਹਲਾਦ ਨੇ ਜਪਿਆ। ਲੋਕ ਜਦੋਂ ਕਹਿੰਦੇ ਨੇ ਨਾ ਤੇ ਅਸੀਂ ਕਹਿੰਦੇ ਵੱਡਿਆਂ ਦੇ ਵਾਂਗ ਕਰੀਏ। ਭਗਤ ਜੀ ਕਹਿੰਦੇ ਮੈਂ ਭਗਤੀ ਕਰਾਂਗਾ ਉਹਨਾਂ ਛੋਟੀ ਉਮਰਾਂ ਦੇ ਵਿੱਚ ਜਿਨ੍ਹਾਂ ਨੇ ਰੱਬ ਨੂੰ ਪ੍ਰਾਪਤ ਕੀਤਾ। 5 ਸਾਲ ਦੇ ਧਰੂ ਤੇ ਪ੍ਰਹਲਾਦ ਨੇ ਇਤਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਸੱਚ ਨੂੰ ਪ੍ਰਾਪਤ ਕਰ ਲਿਆ। ਭਗਤ ਜੀ ਕਹਿੰਦੇ ਨੇ ਜਿਸ ਜਿਸ ਅਵਸਥਾ ਦੇ ਅੰਦਰ ਧਰੂ ਤੇ ਨਾਰਦ ਟਿਕੇ ਹੋਏ ਨੇ, ਜਿਵੇਂ ਸਤਿਕਾਰ ਉਹਨਾਂ ਨੂੰ ਮਿਲਿਆ, ਨੈਕ ਟਿਕਾਵੋ ਮੋਹੇ। ਨੈਕ ਦਾ ਅਰਥ ਹੈ ਕਹਿੰਦੇ ਉਸ ਤਰ੍ਹਾਂ ਹੀ ਪਾਓ ਕਿ ਸਦਾ ਮੈਨੂੰ ਵੀ ਕਹਿੰਦੇ ਉਸੇ ਅਵਸਥਾ ਵਿੱਚ ਟਿਕਾਓ, ਪਾਓ ਕਿ ਮੈਨੂੰ ਵੀ ਅਸਥਿਰ ਅਵਸਥਾ ਦਿਓ, ਮੇਰੇ ਅੰਦਰ ਵੀ ਡਾਮਾਡੋਲ ਵਰਤੀ ਨਾ ਹੋਵੇ। ਭਗਤ ਨਾਮਦੇਵ ਜੀ ਕਹਿੰਦੇ ਮੈਂ ਕਦੀ ਡੋਲਾ ਨਾ, ਬਿਲਕੁਲ ਅਡੋਲ ਅਵਸਥਾ ਵਿੱਚ ਰਵਾਂ ਜਿਵੇਂ ਧਰੂ ਨਹੀਂ ਡਰਿਆ। ਜਦੋਂ ਮਤਰੀ ਮਾਂ ਨੇ ਉਠਾਤਾ ਭਗਤੀ ਕਰਨ ਵਾਸਤੇ ਗਏ, ਉੱਥੇ ਡਰਾਵੇ ਦਿੱਤੇ ਗਏ, ਜੰਗਲ ਹੈ, ਭਿਆਨਕ ਹੈ, ਛੋਟੀ ਉਮਰ ਹੈ, ਜੰਗਲੀ ਜਾਨਵਰ ਨੇ ਖਾ ਜਾਣਗੇ ਤੈਨੂੰ। ਪਰ ਇੱਕ ਇਰਾਦਾ ਕਰ ਲਿਆ ਵੀ ਮੈਂ ਭਗਤੀ ਕਰਨੀ ਹੈ, ਸੱਚ ਨੂੰ ਪ੍ਰਾਪਤ ਕਰਨਾ ਹੈ। ਉਸ ਅਵਸਥਾ ਵਿੱਚ ਪਾਓ ਕਿ ਅਡੋਲ ਅਵਸਥਾ। ਭਗਤ ਜੀ ਕਹਿਣ ਲੱਗੇ ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ, ਨਾਮੇ ਕੀ ਨਿਜ ਮਤ ਇਹ। ਆਖਣ ਲੱਗੇ ਹੈ ਮੇਰੇ ਰਾਮ, ਹੈ ਮੇਰੇ ਪ੍ਰਭੂ। ਕਹਿੰਦੇ ਨੇ ਭਗਤ ਨਾਮਦੇਵ ਦਾ ਇਹ ਵਿਚਾਰ ਹੈ, ਇਹ ਪੱਕਾ ਨਿਸ਼ਚਾ ਹੈ, ਨਿਜ ਮਤ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ ਇਸ ਸੰਸਾਰ ਸਮੁੰਦਰ ਤੋਂ, ਇਹਨਾਂ ਵਿਕਾਰਾਂ ਤੋਂ, ਇਹਨਾਂ ਉਲਝਣਾਂ ਤੋਂ ਬਚ ਕੇ ਨਿਕਲ ਗਏ ਹਨ। ਇਹ ਸੰਸਾਰ ਸਮੁੰਦਰ ਉਲਝਣਾ ਹੀ ਨੇ, ਇਹ ਵਿਕਾਰ ਹੀ ਨੇ, ਬੁਰਾਈਆਂ ਨੇ, ਇਹਨਾਂ ਤੋਂ ਬਚਣਾ ਹੀ ਸੰਸਾਰ ਸਮੁੰਦਰ ਨੂੰ ਪਾਰ ਕਰਨਾ ਹੈ, ਹੋਰ ਕੋਈ ਨਹੀਂ। ਜਿਹੜੀ ਮਨਮਤ ਦੀ ਜ਼ਿੰਦਗੀ ਸੀ ਜਿਹਨੇ ਉਸਦੇ ਵਿੱਚੋਂ ਆਪਾਂ ਮੁਕਤ ਹੋਣਾ। ਜਿਹੜੇ ਵਿਕਾਰਾਂ ਵਿੱਚ ਜ਼ਿੰਦਗੀ ਜਿਉਂਦੇ, ਨਿੰਦਾ ਚੁਗਲੀ ਮੇੜਤੇ ਦੇ ਵਿੱਚ, ਉਹਨਾਂ 'ਚੋਂ ਮੁਕਤ ਹੋਣਾ। ਇਹ ਹੋਰ ਕੋਈ ਮੁਕਤੀ ਥੋੜ੍ਹੀ ਹੈ। ਔਰ ਅਸੀਂ ਮੁਕਤੀ ਨੂੰ ਪ੍ਰਾਪਤ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਮਹਾਰਾਜ ਕਹਿੰਦੇ ਇਹ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਬਸੈ ਬੜ ਭਾਗੀ ਪਾਏ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜ਼ਿਕਰ ਕੀਤਾ, ਕਹਿੰਦੇ ਜੈ ਹਰ ਸਿਮਰਨ ਪਿਆ ਤਾਂ ਉਪਾਦਗਤ ਕੀਨੀ, ਬੜ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਦਾਸ ਨਾਨਕ ਨੂੰ ਗੁਰੂ ਨੇ ਇਹ ਮਤ ਦੇ ਦਿੱਤੀ ਵੀ ਅਕਾਲ ਪੁਰਖ ਨੂੰ ਜਪ ਲੈ, ਇਸ ਭਵ ਸਾਗਰ ਨੂੰ ਤਰ ਜਾਏਗਾ। ਪਾਓ ਇਹ ਚਿੰਤਾਵਾਂ, ਇਹ ਚੋਰੇ, ਇਹ ਵਿਕਾਰ, ਇਹ ਵਾਸਨਾਵਾਂ, ਇਹਨਾਂ ਸਾਰਿਆਂ ਤੋਂ ਤੂੰ ਉਭਰ ਜਾਏਗਾ। ਇਹਨਾਂ ਵਿੱਚੋਂ ਪਾਰ ਹੋਣਾ ਹੀ ਅਸਲ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਹੈ। ਸੋ ਇੱਥੇ ਭਗਤ ਨਾਮਦੇਵ ਜੀ ਇਹ ਸਮਝਾਉਣਾ ਚਾਹੁੰਦੇ ਨੇ ਕਿ ਪ੍ਰਭੂ ਤੋਂ ਨਾਮ ਦੀ ਦਾਤ ਮੰਗਿਆ ਕਰ। ਨਾਮ ਦੀ ਬਰਕਤ ਨਾਲ ਸਵਰਗ ਦੀ ਲਾਲਸਾ ਵੀ ਨਹੀਂ ਰਹਿੰਦੀ। ਜਦੋਂ ਤੇਰੇ ਜੀਵਨ 'ਚ ਨਾਮ ਆ ਗਿਆ, ਤੈਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਜੀਵਨ ਜੁਗਤ ਸਮਝ ਆ ਗਈ ਨਾ, ਫਿਰ ਤੈਨੂੰ ਸੰਸਾਰ ਦੇ ਇਹ ਸਵਰਗ, ਸੰਸਾਰ ਦੇ ਇਹ ਬਹੁਤੇ ਸੁੱਖਾਂ ਦੀ ਵੀ ਲਾਲਸਾ ਨਹੀਂ ਰਹੇਗੀ। ਫਿਰ ਤੈਨੂੰ ਸਮਝ ਆ ਜਾਏਗੀ ਕਹਿੰਦੇ ਇਹ ਸੁੱਖ ਵੀ ਬਹੁਤੇ ਆਲਸ ਨੂੰ ਜਨਮ ਦਿੰਦੇ ਨੇ, ਦੁੱਖਾਂ ਨੂੰ ਜਨਮ ਦਿੰਦੇ ਨੇ, ਬੁਰਾਈਆਂ ਨੂੰ ਜਨਮ ਦਿੰਦੇ ਨੇ। ਜਦੋਂ ਆਪਾਂ ਬਾਣੀ ਦੀ ਵਿਚਾਰ ਕਰਾਂਗੇ ਨਾ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਹੀ ਆਖਿਆ ਕਿ ਵੀ ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ। ਜਦੋਂ ਦੁੱਖ ਆਉਂਦਾ ਨਾ ਉਹ ਸਾਨੂੰ ਫਿਰ ਜੋ ਪ੍ਰੇਰਨਾ ਕਰਦਾ ਨਾਮ ਜਪ ਲੈ, ਚੰਗੇ ਕੰਮ ਕਰ ਲੈ, ਦਾਨ ਪੁੰਨ ਕਰ ਲੈ, ਸੇਵਾ ਕਰ ਲੈ। ਜਦੋਂ ਸੁੱਖ ਆਉਂਦਾ ਬੰਦਾ ਇਹਨਾਂ ਸਾਰੇ ਕੰਮਾਂ ਤੋਂ ਮੂੰਹ ਮੋੜ ਲੈਂਦਾ, ਸੁੱਖ ਦੇ ਵਿੱਚ ਆਲਸੀ ਹੋ ਜਾਂਦਾ। ਕਿਉਂ ਜਾਈਏ ਗੁਰਦੁਆਰੇ, ਕਿਉਂ ਨਾਮ ਜਪੀਏ, ਕਿਉਂ ਸੇਵਾ ਕਰੀਏ। ਸੁੱਖ ਬੰਦੇ ਨੂੰ ਕੁਝ ਕਰਨ ਨਹੀਂ ਦਿੰਦਾ, ਪਰ ਦੁੱਖ ਮਨੁੱਖ ਨੂੰ ਉਸ ਥਾਂ 'ਤੇ ਲਾ ਕੇ ਖੜਾ ਕਰ ਦਿੰਦਾ। ਜਦ ਬੰਦਾ ਕਹਿੰਦਾ ਹੁਣ ਕੁਝ ਹੋ ਨਹੀਂ ਸਕਦਾ, ਹੁਣ ਤਾਂ ਗੁਰੂ ਤੇਰਾ ਹੀ ਆਸਰਾ ਹੈ, ਤੇਰੇ ਚਰਨਾਂ 'ਚ ਹੀ ਬੇਨਤੀ ਤੇ ਅਰਦਾਸ ਹੈ, ਤੂੰ ਹੀ ਕਿਰਪਾ ਕਰ। ਇਸ ਕਰਕੇ ਅੱਜ ਦੇ ਸ਼ਬਦ ਵਿੱਚ ਇਹੀ ਸਮਝਾ ਰਹੇ ਨੇ ਕਿ ਜਦੋਂ ਰੱਬ ਦੇ ਦਰ 'ਤੇ ਆਓ, ਪ੍ਰਭੂ ਦਾ ਸਿਮਰਨ ਦੀ ਦਾਤ ਪਰਮਾਤਮਾ ਤੋਂ ਮੰਗੋ। ਨਾਮ ਦੀ ਬਰਕਤ ਦੇ ਨਾਲ ਸਵਰਗ ਵਰਗੀਆਂ ਲਾਲਸਾਵਾਂ ਜੀਵਨ 'ਚੋਂ ਮੁੱਕ ਜਾਣਗੀਆਂ ਅਤੇ ਨਾਮ ਦੀ ਬਰਕਤ ਦੇ ਨਾਲ ਇਹਨਾਂ ਵਿਕਾਰਾਂ ਤੋਂ, ਬੁਰਾਈਆਂ ਤੋਂ, ਸੰਸਾਰ ਦੀਆਂ ਇਹਨਾਂ ਉਲਝਣਾਂ ਤੋਂ, ਜਿਹੜੀਆਂ ਕਿ ਹਰ ਵੇਲੇ ਸਾਡੇ ਆਲੇ ਦੁਆਲੇ ਨੇ, ਕਦੋਂ ਆ ਕੇ ਸਾਨੂੰ ਘੇਰ ਲੈਣ ਪਤਾ ਨਹੀਂ ਚੱਲਦਾ ਪਿਆਰਿਓ। ਅਤੇ ਇਹ ਗੁਰੂ ਕਾ ਗਿਆਨ, ਗੁਰੂ ਕੀ ਸਿੱਖਿਆ ਸਾਨੂੰ ਇਹਨਾਂ ਉਲਝਣਾਂ 'ਚੋਂ ਬਚਾ ਸਕਦੀ ਹੈ। ਗੁਰਬਾਣੀ ਨਾਲ ਜੁੜੋ, ਗੁਰਬਾਣੀ ਨੂੰ ਵਿਚਾਰੋ, ਫਿਰ ਦੇਖਣਾ ਜੀਵਨ ਵਿੱਚ ਜਿੱਥੇ ਕਿਤੇ ਕੋਈ ਐਸੀ ਗੱਲ ਹੋਏਗੀ ਨਾ ਤਾਂ ਗੁਰਬਾਣੀ ਦਾ ਸ਼ਬਦ ਚੇਤੇ ਆਏਗਾ, ਉਸ ਵੇਲੇ ਅਸੀਂ ਉਸ ਗੱਲ ਤੋਂ ਮੁਕਤ ਹੋ ਜਾਵਾਂਗੇ। ਕਿਤੇ ਵਿਕਾਰ ਦਾ ਜਨਮ ਹੋਇਆ,
किते अखां गलत पासे गईयां तो गुरु का शब्द अखां दे सामने होएगा कि मन रे कोण कुमत लीनी पर दारा निंदिया रस रचियो राम भगत न कीनी। उस वेले गुरु का शब्द तेनों वर्ज के फिर उत्थे लैके आ जाएगा। गुरु कृपा करे जिहड़ी गल अज तुहाडे नाल सांझी कीती ते गुरु साहब जी ने ये गल तुहाडे नाल सांझी कराई। महाराज कृपा करन एक कहण वालियां दे मन विच ते सुनन वालियां दे मन विच गुरु का उपदेश बस जाए, फिर साडे हो जाणगे ये लोक सुखीए और लोक सवेले नानक हर पव आपे मिले। सारिਆਂ ਦਾ बहुत बहुत धन्यवाद जी। आया नूं इतनी को बेनतियां प्रवान करनियां जी। फतेह दी सान करो आखो जी वाहिगुरू जी का खालसा वाहिगुरू जी की फतेह।